हेलो फ्रेंड्स वेलकम टू माय चैनल ਜਿਸਦਾ ਨਾਮ ਹੈ ਸਿਮਰਨ ਪੰਜਾਬੀ ਚੈਨਲ ਮੈਂ ਖਾਸ ਤੌਰ ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ डिफरेंट राइट इन्फॉर्मेशन प्रोवाइड करवा रही हैं जो ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਜ਼ਰੂਰ ਕਰਿਆ ਕਰੋ ਵੀਡੀਓਜ਼ ਨੂੰ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਉੱਥੇ ਤੁਹਾਨੂੰ ਵੀਡੀਓਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨੀਚੇ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਲਿੰਕ ਮੇਰਾ ਮਿਲ ਜਾਏਗਾ ਜਾ ਕੇ ਤੁਸੀਂ ਟੈਲੀਗ੍ਰਾਮ ਚੈਨਲ ਦੇ ਉੱਤੇ ਵੀ ਫੋਲੋ ਕਰ ਸਕਦੇ ਹੋ ਇਸ ਤੋਂ ਇਲਾਵਾ ਕਮਿਊਨਿਟੀ ਬਾਕਸ ਦੇ ਵਿੱਚ ਮੈਸੇਜ ਜ਼ਰੂਰ ਚੈੱਕ ਕਰਿਆ ਕਰੋ ਰੋਜ਼ ਦੇ ਰੋਜ਼ ਅਪਲੋਡ ਜਿਹੜੇ ਨੇ ਕਰਦੀ ਆ ਹੁਣ ਵੀ ਇੱਕ ਮੈਸੇਜ ਮੈਂ ਅਪਲੋਡ ਕੀਤਾ ਹੋਇਆ ਜਾ ਕੇ ਤੁਸੀਂ ਦੇਖ ਸਕਦੇ ਹੋ ਇਹ ਵੀ ਕਾਫੀ ਇੰਪੋਰਟੈਂਟ ਟੌਪਿਕ ਹੈਗਾ ਵਾ ਜੋ ਕਿ ਸੱਭਿਆਚਾਰ ਦੇ ਨਾਲ ਰਿਲੇਟਡ ਹੈ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਸੋ ਅੱਜ ਅਸੀਂ ਟੌਪਿਕ ਕਰਾਂਗੇ ਜਿਹੜੇ ਸਾਡੇ ਰਹਿ ਗਏ ਸੀ ਮਾਸਟਰ ਗ੍ਰੇਡ ਦੇ ਸਟੂਡੈਂਟ ਲਈ ਜਿਹੜੇ ਨੈਕਸਟ ਟੌਪਿਕ ਸਾਡੇ ਕੋਲ ਹੁਣ ਸਾਹਿਤ ਦੇ ਜਿਹੜੇ ਰੂਪ ਹੋਣਗੇ ਉਹਨਾਂ ਦੇ ਬਾਰੇ ਪੜਾਂਗੇ ਸਭ ਤੋਂ ਪਹਿਲਾਂ ਉਹਨਾਂ ਦੇ ਵਿੱਚ ਟੌਪਿਕ ਨੰਬਰ ਫਰਸਟ ਸਾਡੇ ਕੋਲ ਹੈਗਾ ਸਾਹਿਤ ਦੇ ਰੂਪਾਂ ਦੇ ਵਿੱਚ ਕਵਿਤਾ ਜਿਹੜੀ ਕਿ ਇਸ ਵਿੱਚ ਨਾਰਮਲ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਦੱਸੀਆਂ ਨੇ ਬਟ ਜ਼ਿਆਦਾਤਰ ਇਸ ਦੇ ਵਿੱਚ ਥੋੜਾ ਜਿਹਾ ਓਪਨ ਕਰਕੇ ਯਾਨੀ ਕਿ ਕੁਝ ਅਲੱਗ ਟੌਪਿਕ ਜਿਵੇਂ ਤੁਹਾਨੂੰ ਪਤਾ ਹੈਗਾ ਵਾ ਉਹੀ ਮੈਂ ਇਹਦੇ ਵਿੱਚ ਕਰਵਾਉਣੀ ਹੈਗੀ ਸੋ ਸਭ ਤੋਂ ਪਹਿਲਾਂ ਕਹਿੰਦੇ ਕਿ ਇੰਜ ਜਾਪਦਾ ਹੈ ਕਿ ਜਿਹੜੀ ਕਵਿਤਾ ਹੈਗੀ ਸੀ ਉਸ ਦੀ ਉਤਪਤੀ ਜਾਦੂ ਮੰਤਰਾਂ ਧਾਰਮਿਕ ਸੰਸਕਾਰਾਂ ਬਾਰੇ ਮੰਤਰਾਂ ਤੇ ਮੁੱਢਲੇ ਕਬੀਲਿਆਂ ਦੇ ਲੈ ਆਤਮਕ ਤੇ ਸੰਗੀਤਾਤਮਕ ਢੰਗ ਅਨੁਸਾਰ ਸੁਝਾਈਆਂ ਲੋਕ ਕਥਾਵਾਂ ਤੋਂ ਹੋਈ ਹੋਵੇਗੀ ਉਸ ਸਮੇਂ ਜਿਹੜੇ ਲੋਕ ਸੀ ਮਨ ਇੱਛਤ ਘਟਨਾਵਾਂ ਦੇ ਵਾਪਰਨ ਲਈ ਜਾਦੂ ਟੂਣੇ ਕਰਦੇ ਸੀ ਜੇਕਰ ਵਿਸ਼ਵ ਦੇ ਵੱਖ-ਵੱਖ ਭਾਗਾਂ ਦੀ ਪ੍ਰਾਚੀਨ ਕਬੀਲਿਆਂ ਦੀ ਸੂਰਤ ਵਿੱਚ ਮਨੁੱਖ ਦੇ ਉਸ ਸਮੇਂ ਦੇ ਸੀਨੇ ਬਸੀਨਾ ਜਿਹੜਾ ਚੱਲਦੇ ਆ ਰਹੇ ਸਾਹਿਤ ਨੂੰ ਵਿਚਾਰਿਆ ਜਾਵੇ ਤਾਂ ਇਉਂ ਜਾਪਦਾ ਹੈ ਕਿ ਕਵਿਤਾ ਦੇ ਮੁੱਢਲੇ ਇਤਿਹਾਸ ਦੇ ਵਿੱਚ ਹੀ ਸੰਕੇਤਾਂ ਦੀ ਬਿਲਕੁਲ ਸਹੀ ਵਰਤੋਂ ਤੇ ਸ਼ਬਦਾਵਲੀ ਦੇ ਵੱਖ-ਵੱਖ ਪੱਧਰਾਂ ਦਾ ਵਿਕਾਸ ਹੋਇਆ ਹੈ ਸੋ ਸਟਾਰਟਿੰਗ ਇਹ ਦੱਸੀ ਹੈ ਕਿ ਜਿਹੜੀ ਕਵਿਤਾ ਹੈਗੀ ਸੀ ਉਸ ਦੀ ਵਰਤੋਂ ਕੀਤੀ ਜਾਂਦੀ ਸੀ ਜਿਹੜੇ ਧਾਰਮਿਕ ਸੰਸਕਾਰ ਜਾਦੂ ਟੂਣੇ ਤੇ ਮੰਤਰਾਂ ਦੇ ਵਾਸਤੇ ਜਿਹੜੀ ਲੈਆਤਮਕ ਉਹਨਾਂ ਦੇ ਵਿੱਚ ਇੱਕ ਰਿਦਮ ਵਗੈਰਾ ਪਾਇਆ ਜਾਂਦਾ ਸੀ ਉਹੀ ਕਵਿਤਾ ਦਾ ਇੱਕ ਬੇਸ ਜਿਹੜਾ ਹੈਗਾ ਸੀ ਆਧਾਰ ਬਣਿਆ ਸੀ ਇਹ ਟੌਪਿਕ ਇਹ ਪੁਆਇੰਟ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਸ ਦੇ ਨਾਲ ਹੀ ਸੈਕਿੰਡ ਪੁਆਇੰਟ ਰਲਦਾ ਮਿਲਦਾ ਹੈਗਾ ਵਾ ਉਸ ਸਮੇਂ ਜਿਹੜੇ ਲੋਕ ਸੀ ਮਨ ਇੱਛਾ ਜਿਹੜੇ ਹੈਗੇ ਸੀ ਆਪਣੇ ਜੋ ਵੀ ਘਟਨਾਵਾਂ ਸੀ ਉਹਨਾਂ ਨੂੰ ਵਾਪਰਨ ਵਾਸਤੇ ਜਾਦੂ ਟੂਣੇ ਕਰਦੇ ਸੀ ਤੇ ਖੁਸ਼ ਕਰਦੇ ਸੀ ਦੇਵੀ ਦੇਵਤਿਆਂ ਨੂੰ ਤੇ ਹੁਣ ਸਾਨੂੰ ਪਤਾ ਉਸ ਸਮੇਂ ਜਿਹੜੇ ਦੇਵੀ ਦੇਵਤੇ ਹੈਗੇ ਸੀ ਉਹ ਵੀ ਐਜ਼ ਜਿਹੜੇ ਹੈਗੇ ਸੀ ਦੇਹਧਾਰੀ ਕਹਿ ਸਕਦੇ ਹੋ ਜਿਵੇਂ ਠੀਕ ਹੈ ਮਤਲਬ ਇੱਕ ਆਮ ਪਰਸਨ ਦੇ ਰੂਪ ਦੇ ਵਿੱਚ ਉਹ ਚੱਲਦੇ ਫਿਰਦੇ ਹੈਗੇ ਸੀ ਤਾਂ ਇਸ ਕਰਕੇ ਕਹਿ ਸਕਦੇ ਹਾਂ ਅਸੀਂ ਕਿ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਜਿਵੇਂ ਅਸੀਂ ਆਮ ਡਰਾਮੇ ਸੀਰੀਅਲਸ ਦੇ ਵਿੱਚ ਦੇਖਦੇ ਹਾਂ ਸੋ ਜਾਦੂ ਟੂਣੇ ਹੁੰਦੇ ਸੀ ਤੇ ਉਸ ਤਰੀਕੇ ਦੇ ਨਾਲ ਹੀ ਇਹ ਚੀਜ਼ਾਂ ਚਲਦੀਆਂ ਆ ਰਹੀਆਂ ਨੇ ਇੱਕ ਤੋਂ ਬਾਅਦ ਤੇ ਇਸ ਤਰ੍ਹਾਂ ਲੱਗਦਾ ਕਿ ਕਵਿਤਾ ਦੇ ਮੁੱਢਲਾ ਜਿਹੜਾ ਇਤਿਹਾਸ ਸੀ ਉਸ ਦੇ ਵਿੱਚ ਹੀ ਇਸ ਦੇ ਸੰਕੇਤ ਬਿਲਕੁਲ ਸਹੀ ਤੇ ਸ਼ਬਦਾਵਲੀ ਜਿਹੜੀ ਹੈ ਇਸ ਦੀ ਵਰਤੋਂ ਮਿਲਦੀ ਹੈ ਜਿੱਥੇ ਕਈ ਸੂਰਤਾਂ ਵਿੱਚ ਇਹ ਇਸਤੇ ਦਾ ਬਾਈਬਲ ਦੂਰ ਕਰਨ ਤੇ ਆਤਮ ਸ਼ੁੱਧੀ ਤੇ ਰੂਹਾਂ ਨੂੰ ਵਸ ਚ ਕਰਨ ਵਾਸਤੇ ਇੱਕ ਪਵਿੱਤਰ ਤੇ ਗੁਪਤ ਕਲਾ ਸੀ ਉੱਥੇ ਇੱਕ ਮਨ ਪਰਚਾਵੇ ਦਾ ਸਾਧਨ ਵੀ ਸੀ ਸੋ ਇੱਕ ਤਾਂ ਆ ਗਿਆ ਧਾਰਮਿਕ ਵਿਸ਼ਵਾਸ ਜਾਦੂ ਟੂਣੇ ਮੰਤਰਾਂ ਨਾਲ ਸੰਬੰਧਿਤ ਦੂਸਰੇ ਇਸਤੇ ਬਾਈਬਲ ਦੂਰ ਕਰਨ ਵਾਸਤੇ ਆਤਮ ਸ਼ੁੱਧੀ ਤੇ ਰੂਹਾਂ ਨੂੰ ਵਸ ਚ ਕਰਨ ਵਾਸਤੇ ਇੱਕ ਕਲਾ ਦੇ ਰੂਪ ਦੇ ਵਿੱਚ ਆਈ ਸੀ ਜਦੋਂ ਕਵਿਤਾ ਧਾਰਮਿਕ ਰਾਜਸੀ ਮਨੋਰਥਾਂ ਤੋਂ ਵੱਖ ਹੋ ਗਏ ਤਾਂ ਇਹ ਮਨੋਰੰਜਨ ਦੇ ਸਾਧਨ ਦੇ ਰੂਪ 'ਚ ਵਿਕਾਸ ਕਰਨ ਲਈ ਆਜ਼ਾਦ ਹੋ ਗਏ ਸੋ ਪਹਿਲਾਂ ਜਿਹੜੀ ਹੈਗੀ ਸੀ ਧਾਰਮਿਕ ਤੇ ਰਾਜਸੀ ਮਨੋਰਥ ਸੀ ਬਾਅਦ ਦੇ ਵਿੱਚ ਜਿਹੜਾ ਹੈਗਾ ਸੀ ਇਸ ਨੂੰ ਮਨੋਰੰਜਨ ਦੇ ਸਾਧਨਾਂ ਦੇ ਵਿੱਚ ਵਰਤਿਆ ਗਿਆ ਤੇ ਇਹ ਕੇਵਲ ਇਹਦੇ ਕਹਾਣੀ ਹੈਗਾ ਵਾ ਧਾਰਮਿਕ ਸੰਸਕਾਰ ਮੰਤਰ ਤੇ ਨਕਲੀ ਧਾਰਮਿਕ ਤੱਤ ਹੀ ਇਸ ਦੇ ਵਿੱਚ ਜਿਹੜੇ ਹੈਗੇ ਸੀ ਉਹ ਰਹਿ ਗਏ ਸੀ ਸੋ ਜਿਹੜੀਆਂ ਚੀਜ਼ਾਂ ਹੈਗੀਆਂ ਸੀ ਨਾਰਮਲ ਉਹ ਜਿਹੜੀਆਂ ਨਿਕਲ ਗਈਆਂ ਸੋ ਇਸ ਦੇ ਵਿੱਚ ਥੋੜੇ ਜਿਹੇ ਕਹਿ ਸਕਦੇ ਹੋ ਡਿਫਰੈਂਟ ਤਰੀਕੇ ਦੀਆਂ ਚੀਜ਼ਾਂ ਸ਼ਾਮਲ ਹੋ ਗਈਆਂ ਜਦੋਂ ਇਹ ਮਨੋਰੰਜਨ ਦੇ ਰੂਪ 'ਚ ਆ ਗਏ ਕਵੀ ਜਿਹੜਾ ਹੈਗਾ ਸੀ ਜਿਸ ਨੂੰ ਇੱਕ ਪੁਜਾਰੀ ਜਾਂ ਕਾਨੂੰਨੀ ਈਸ਼ਵਰ ਜਿਹੜਾ ਹੈਗਾ ਸੀ ਭਗਤ ਦੇ ਤੌਰ ਤੇ ਸਨਮਾਨ ਦਿੱਤਾ ਜਾਂਦਾ ਸੀ ਹੁਣ ਜਿਹੜਾ ਹੈਗਾ ਸੀ ਉਸ ਦੀ ਕਦਰ ਵੀ ਘਟ ਗਈ ਸੀ ਸੋ ਜਦੋਂ ਮਨੋਰੰਜਨ ਦੇ ਵਿੱਚ ਇਹ ਆ ਗਈ ਤਾਂ ਉਹ ਚੀਜ਼ ਵੀ ਘਟਦੀ ਗਈ ਤੇ ਜਿਹੜਾ ਜਿਸ ਦੇ ਵਿੱਚ ਇਸ ਨੂੰ ਸਥਾਨ ਪ੍ਰਾਪਤ ਸੀ ਕਵੀ ਨੂੰ ਇੱਕ ਉੱਚ ਦਰਜੇ ਦਾ ਉੱਥੇ ਵੀ ਇਸ ਦੀ ਜਿਹੜੀ ਇੱਜ਼ਤ ਸੀ ਉਹ ਘਟਦੀ ਗਈ ਭਾਵੇਂ ਹਾਲਾਂ ਵੀ ਉਸਦੇ ਕੰਮਾਂ ਦੀ ਮਹੱਤਤਾ 'ਚ ਧਿਆਨ ਦੇ ਰੱਖਦੇ ਹੋਏ ਸਮਾਜ ਵਿੱਚ ਉਸਦਾ ਸਨਮਾਨ ਕਾਇਮ ਸੀ ਪਰੰਤੂ ਹੁਣ ਉਸਦੀ ਮਹੱਤਤਾ ਰੂਹਾਨੀ ਤਾਕਤਾਂ ਕਰਕੇ ਨਹੀਂ ਸਗੋਂ ਉਸਦੀਆਂ ਆਪਣੀਆਂ ਕਿਰਤਾਂ ਦੀ ਵਡਿਆਈ ਕਰਕੇ ਹੀ ਹੈਗੀ ਸੀ ਸੋ ਉਹ ਵੀ ਜਿਹੜਾ ਹੈਗਾ ਸੀ ਥੱਲੜੇ ਲੈਵਲ ਤੇ ਆ ਗਿਆ ਕਵੀ ਵੱਲੋਂ ਆਪਣੀ ਘਟੀ ਇੱਜ਼ਤ ਤੇ ਗਵਾ
ਇਹਦੇ ਨਾਲ ਥੋੜੀ ਜਿਹੀ ਮਿਸਟੇਕ ਰਹਿ ਗਈ ਮੇਰੇ ਕੋਲ। ਇੱਜ਼ਤ ਜਿਹੜੀ ਹੈਗੀ ਸੀ ਦੁਬਾਰਾ ਹਾਸਿਲ ਕਰਨ ਲਈ ਕੀਤੀ ਕੋਸ਼ਿਸ਼ ਦੇ ਫਲਸਰੂਪ ਕਵਿਤਾ ਦੀਆਂ ਅਨੇਕ ਕਿਸਮਾਂ ਹੋਣ ਜਾਇਆ। ਹੁਣ ਦੇਖੋ, ਜਦੋਂ ਕੋਈ ਵਿਅਕਤੀ ਜਿਹੜਾ ਹੈਗਾ ਵਾ ਉਸਦੀ ਜਦੋਂ ਪੋਪੁਲੈਰਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਵੱਖ-ਵੱਖ ਚੀਜ਼ਾਂ ਜਿਹੜੀਆਂ ਅਪਣਾਉਣੀਆਂ ਸ਼ੁਰੂ ਕਰ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਕਵੀ ਦੀ ਵੀ ਇੱਜ਼ਤ ਜਿਹੜੀ ਹੈਗੀ ਸੀ ਉਹ ਘਟਣੀ ਸ਼ੁਰੂ ਹੋ ਗਈ ਤਾਂ ਉਸਨੂੰ ਥੋੜੀ ਜਿਹੀ ਨੀਚੇ ਲੈਵਲ ਦੇ ਉੱਤੇ ਲੈ ਆਉਂਦਾ ਤਾਂ ਉਹਨਾਂ ਨੇ ਵੀ ਕਈ ਚੀਜ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਅਨੇਕਾਂ ਕਿਸਮਾਂ ਹੋਣ ਚਾਹੀਆਂ ਕਵਿਤਾ ਦੀਆਂ। ਇਸ ਤਰ੍ਹਾਂ ਕਵੀ ਦੀ ਸਥਾਪਨਾ ਕਰਕੇ ਸਲੀਕੇ ਤੇ ਚਾਰ ਹੀ ਸਹੀ ਜਾਂਚ ਦਾ ਅਧਿਕਾਰ ਉਸੇ ਪਾਸ ਹੈ। ਵਿਅੰਗਾਤਮਕ ਕਵਿਤਾ ਦਾ ਮੁੱਢ ਬਚਿਆ। ਸੋ ਇੱਕ ਆ ਗਈ ਸਾਡੇ ਕੋਲ ਇਹਦੇ ਵਿੱਚ ਵਿਅੰਗਾਤਮਕ ਕਵਿਤਾ ਦਾ। ਦੂਜੇ ਜਿਹੜੀ ਹੈਗੀ ਸੀ ਆਪਣੇ ਬਜ਼ੁਰਗਾਂ ਦੇ ਕੀਤੇ ਕਾਰਨਾਮੇ ਨੂੰ ਮੁੜ ਦੁਹਰਾਉਣ ਤੇ ਬੰਸਾਵਲੀਆਂ ਨੂੰ ਗਿਣਨ ਲਈ ਵੀਰ ਗਾਥਾ ਦੀ ਵਰਤੋਂ ਸ਼ੁਰੂ ਹੋਈ। ਸੋ ਇਹ ਵੀ ਇੱਕ ਆ ਗਿਆ ਸਾਡੇ ਕੋਲ ਕਿਸਮ ਇਸ ਦੀ। ਕਵੀ ਆਪਣੇ ਆਪ ਨੂੰ ਸਾਰੇ ਸੱਭਿਆਚਾਰ ਦਾ ਇਤਿਹਾਸਕਾਰ, ਬੰਸਾਵਲੀ ਲੇਖਕ ਤੇ ਕਲਪਿਤ ਕਹਾਣੀਕਾਰ ਜਿਹੜਾ ਹੈਗਾ ਵਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਇੱਥੇ ਇਹ ਵੀ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਵੀ ਵੱਲੋਂ ਨਾਟਕ ਤੇ ਵਿਸ਼ੇਸ਼ ਕਰਕੇ ਧਾਰਮਿਕ ਨਾਟਕ ਲਿਖੇ ਜਾਏ ਵੀ ਤਾਂ ਉਸ ਵੱਲੋਂ ਘਟ ਚੁੱਕੇ ਵਕਾਰ ਤੇ ਅਧਿਕਾਰ ਨੂੰ ਮੁੜ ਹਾਸਿਲ ਕਰਨ ਦੇ ਉਪਰਾਲੇ ਜਿਹੜੇ ਹੈਗੇ ਸੀ ਕੀਤੇ ਗਏ। ਸੋ ਵੱਖ-ਵੱਖ ਜਦੋਂ ਉਹਨੇ ਟੌਪਿਕ ਲਿਖਣੇ ਸ਼ੁਰੂ ਕਰ ਦਿੱਤੇ ਤਾਂ ਉਸਦੇ ਨਾਲ ਜਿਹੜੀਆਂ ਹੈਗੀਆਂ ਸੀ ਜਿਵੇਂ ਹੁਣ ਇੱਕ ਕਿੱਸਾ ਕਾਵ ਆ ਗਿਆ, ਵੀਰ ਗਾਥਾ ਆ ਗਈ, ਤਾਂ ਤੁਹਾਨੂੰ ਪਤਾ ਹੀ ਹੈ ਕਿ ਉਸਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅਲੱਗ-ਅਲੱਗ ਮਿਲਦੀਆਂ ਨੇ। ਸੋ ਅਸੀਂ ਵੀ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਵੀ ਨੇ ਕਿੰਨਾ ਕੁ ਇਸਦੇ ਵਿੱਚ ਡਿਫਰੈਂਸ ਤਰੀਕੇ ਦੇ ਨਾਲ ਲਿਖਿਆ ਹੈ। ਤਾਂ ਉਹ ਤੋਂ ਪਤਾ ਲੱਗਦਾ ਹੈ ਕਿ ਕਵੀ ਜਿਹੜਾ ਹੈਗਾ ਵਾ ਕਿੰਨਾ ਕੁ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਪਿਆ ਹੈਗਾ ਵਾ ਉਸਦੇ ਵਿੱਚ, ਉਸਦੀ ਕਲਾ ਕਿੱਥੋਂ ਤੱਕ ਜਾ ਰਹੀ ਹੈਗੀ ਆ। ਸੋ ਜਿਸ ਦੇ ਨਾਲ ਕਵੀ ਦੀ ਵਡਿਆਈ ਵੀ ਹੁੰਦੀ ਹੈ ਕਿ ਉਹਨੇ ਵਧੀਆ ਲਿਖਿਆ, ਵਾਹ ਹੁੰਦੀ ਹੈ। ਸੋ ਐਸੇ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਨਾਟਕ, ਵਿਸ਼ੇਸ਼ ਕਰਕੇ ਧਾਰਮਿਕ ਨਾਟਕ ਵੀ ਲਿਖੇ ਗਏ, ਬੰਸਾਵਲੀਆਂ, ਇਸ ਤੋਂ ਇਲਾਵਾ ਜਿਹੜੇ ਕਿਸੇ ਵੀਰ ਗਾਥਾ ਤੇ ਵਿਅੰਗਾਤਮਕ ਕਵਿਤਾ, ਇਹ ਵਾਲੀ ਚੀਜ਼ਾਂ ਹੋਣ ਚ ਆਉਣੀਆਂ ਸ਼ੁਰੂ ਹੋ ਗਈਆਂ। ਤੇ ਮੇਨ ਮਕਸਦ ਉਸਦਾ ਕੀ ਸੀ? ਆਪਣਾ ਸਨਮਾਨ ਵਾਪਸ ਲੈਣਾ। ਇਸੇ ਨਾਲ ਕਵਿਤਾ ਦੀਆਂ ਕਈ ਹੋਰ ਕਿਸਮਾਂ ਵਿਸ਼ੇਸ਼ਤਾਵਾਂ ਦੇ ਹੋਂਦ ਵਿੱਚ ਆਉਣ ਤੇ ਨੂੰ ਵੀ ਕਵੀ ਦੇ ਇਹਨਾਂ ਯਤਨਾਂ ਦੇ ਨਾਲ ਹੀ ਜੋੜਿਆ ਜਾ ਸਕਦਾ ਹੈ ਕਿ ਪੜ੍ਹੇ ਲਿਖੇ ਤੇ ਸੱਭਿਅਕ ਸਮਾਜ ਵਿੱਚ ਵੀ ਆਪਣਾ ਉਹ ਸਥਾਨ ਤੇ ਤਾਕਤ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ ਹੈ ਜਿਹੜਾ ਉਸਨੂੰ ਅਨਪੜ੍ਹ ਤੇ ਮੁੱਢਲੇ ਸਮਾਜ 'ਚ ਪ੍ਰਾਪਤ ਸੀ। ਕਿ ਅੱਜ ਦੇ ਦੌਰ ਦੇ ਵਿੱਚ ਵੀ ਉਹ ਉਸੇ ਸਨਮਾਨ ਨੂੰ ਹਾਸਿਲ ਕਰਨਾ ਚਾਹੁੰਦਾ ਜਿਹੜਾ ਉਸਨੂੰ ਪਿੱਛੇ ਪ੍ਰਾਪਤ ਸੀ। ਫਿਰ ਵੀ ਕਵਿਤਾ ਨੂੰ ਉਕਤ ਜਿਹੜੀ ਹੈਗੀ ਸੀ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਬਚੀ ਹੋਈ ਰਹਿੰਦ ਖੂੰਹਦ ਜਿਹੜਾ ਕਹਿਣਾ ਠੀਕ ਨਹੀਂ ਹੈ। ਭਾਵੇਂ ਸਮਾਜ ਵਿੱਚ ਇਸ ਦਾ ਸੰਬੰਧ ਬਹੁਤ ਬਦਲ ਗਿਆ ਸੀ, ਪਰੰਤੂ ਇਸ ਨੂੰ ਨਿਗੁਣਾ ਨਹੀਂ ਸਮਝਣਾ ਚਾਹੀਦਾ। ਮਤਲਬ ਕਹਿ ਸਕਦੇ ਹੋ ਕਿ ਕਵਿਤਾ ਅਗਰ ਹੇਠਲੇ ਦਰਜੇ ਦੇ ਵਿੱਚ ਆ ਗਈ ਸੀ, ਪਰ ਇਸਦਾ ਜਿਹੜਾ ਉਹ ਪ੍ਰਭਾਵ ਹੈ ਉਹ ਨਿਗੁਣਾ ਨਹੀਂ ਸਮਝਣਾ ਚਾਹੀਦਾ, ਕਿਉਂਕਿ ਸਾਨੂੰ ਵੀ ਪਤਾ ਟਾਈਮ ਟੂ ਟਾਈਮ ਜਿਹੜੀ ਕਵਿਤਾ ਹੈਗੀ ਸੀ ਉਹ ਕਿੰਨੀ ਹੀ ਪ੍ਰਭਾਵਸ਼ਾਲੀ ਰਹੀ ਸੀ। ਉਦਾਹਰਨ ਵਜੋਂ 18ਵੀਂ ਸਦੀ ਦੇ ਅੰਤ ਤੱਕ ਕਵਿਤਾ ਦਾ ਲੋਕ ਘਟਨਾਵਾਂ ਦੇ ਉੱਤੇ ਡੂੰਘਾ ਪ੍ਰਭਾਵ ਸੀ। 20ਵੀਂ ਸਦੀ ਦੀ ਕਵਿਤਾ ਦਾ ਰਾਜਸੀ ਪ੍ਰਸ਼ਾਸਨ ਦੀ ਪ੍ਰਸ਼ੰਸਾ ਨਾਲੋਂ ਇਕੱਲਿਆਂ ਪੜ੍ਹਨ ਤੇ ਵਧੇਰੇ ਮਹੱਤਤਾ ਰੱਖਦੀ ਸੀ। ਸਰਵ ਅਧਿਕਾਰਵਾਦੀ ਰਾਜਾ ਵਿੱਚ ਕਵੀ ਦੀ ਕ੍ਰਿਤਾ ਨੂੰ ਮਾਣ ਭਾਵੇਂ ਵਧੇਰੇ ਮਿਲ ਜਾਂਦਾ ਸੀ, ਪਰੰਤੂ ਉਸਦੀ ਪ੍ਰਤੀ ਸਨੇਹ ਬਹੁਤ ਘੱਟ ਹੁੰਦਾ ਸੀ। ਬਹੁਤ ਘੱਟ ਲੋਕ ਹੀ ਕਵਿਤਾ ਨੂੰ ਸਮਾਜਿਕ ਗਿਆਨ ਜਿਹੜਾ ਵਿਸ਼ਾ ਮੰਨਦੇ ਸੀ। ਸੋ ਜਿਹੜਾ ਸਾਨੂੰ ਕਹਿੰਦੇ ਹੈਗੇ ਕਿ ਸਮਾਜ ਜਿਹੜਾ ਹੈਗਾ ਸੀ ਉਸਦਾ ਵੀ ਰਿਸ਼ਤਾ ਜਿਹੜਾ ਹੈਗਾ ਸੀ ਕਵਿਤਾ ਦੇ ਨਾਲ ਕਾਫੀ ਬਦਲ ਗਿਆ ਸੀ। ਪਹਿਲਾਂ ਜਿਹੜੀ ਚੀਜ਼ਾਂ ਕੀ ਸੀ ਉਹ ਵੱਖਰੀਆਂ ਹੋ ਚੁੱਕੀਆਂ ਸੀ। ਜਿਵੇਂ ਕਈ ਜਗ੍ਹਾ ਤੇ ਇਸਦੇ ਲੋਕ ਘਟਨਾਵਾਂ ਦਾ ਇੱਥੇ ਡੂੰਘਾ ਪ੍ਰਭਾਵ ਪਿਆ। ਫਿਰ ਜਿਹੜਾ ਹੈਗਾ ਸੀ ਇਹ ਇਕੱਲੇ ਜਿਹੜੇ ਆਪਣੇ ਕਹਿ ਸਕਦੇ ਹੋ ਪੜ੍ਹਨ ਵਿੱਚ ਵੀ ਵਧੇਰੇ ਮਹੱਤਤਾ ਰੱਖਣ ਵਾਲੀ ਕਵਿਤਾ ਸਮਝੀ ਨਾ ਲੱਗ ਪਈ। ਇਸ ਤੋਂ ਇਲਾਵਾ ਜਿਹੜਾ ਕਵੀ ਲਿਖਦਾ ਪਿਆ ਹੈਗਾ ਸੀ ਉਸਨੂੰ ਭਾਵੇਂ ਮਾਨ ਸਨਮਾਨ ਜਿਹੜਾ ਹੈਗਾ ਵਾ ਉਹ ਵਧੇਰੇ ਮਿਲਦਾ ਹੈਗਾ ਸੀ ਉਹਨਾਂ ਦੀ ਕ੍ਰਿਤਾ ਨੂੰ, ਚਾਹੇ ਉਸਨੂੰ ਘੱਟ ਮਿਲਦਾ ਹੈਗਾ ਸੀ। ਇਸ ਤੋਂ ਇਲਾਵਾ ਬਹੁਤ ਲੋਕ ਜਿਹੜੇ ਹੈਗੇ ਸੀ ਸਿਰਫ ਉਸਨੂੰ ਗਿਆਨ ਸਮਾਜਿਕ ਗਿਆਨ ਜਿਹੜਾ ਵਿਸ਼ਾ ਮੰਨਦੇ ਸੀ, ਘੱਟ ਲੋਕ। ਵਧੇਰੇ ਕਰਕੇ ਜਿਹੜੇ ਲੋਕ ਹੈਗੇ ਸੀ ਇਸਨੂੰ ਆਪਣੇ ਜਿਹੜਾ ਕਹਿ ਸਕਦੇ ਹੋ ਕਿ ਨਿੱਜੀ ਅਨੁਭਵਾਂ ਦੇ ਨਾਲ ਜੋੜ ਕੇ ਹੀ ਇਸਨੂੰ ਵੇਖਦੇ ਸੀ। ਸੋ ਇੱਥੇ ਦੱਸਿਆ ਕਿ ਕਵਿਤਾ ਜਿਹੜੀ ਹੈਗੀ ਹੈ ਕਾਫੀ ਬਦਲ ਚੁੱਕੀ ਸੀ। ਤੇ ਜਾਰਜ ਜਿਹੜੇ ਇਲੀਅਟ ਨੇ ਆਪਣੇ ਨਾਵਲ ਮਿਡਲ ਮਾਰਚ ਵਿੱਚ ਇਹਨਾਂ ਸਾਰੇ ਵਿਚਾਰਾਂ ਨੂੰ ਬੜੀ ਸੁਚੱਜਤਾ ਦੇ ਨਾਲ ਇਉਂ ਸੰਯੋਜਿਤ ਉਹਨਾਂ ਨੇ ਕੀਤਾ। ਕਹਿੰਦੇ ਕਵੀ ਬਣਨ ਲਈ ਰੂਹ ਚਾਹੀਦਾ ਹੈ ਜਿਸ ਵਿੱਚ ਧਿਆਨ ਸਹਿਜੇ ਅਨੁਚ ਬਦਲ ਜਾਂਦਾ ਹੈ ਤੇ ਅਨੁਭਵ ਜਿਹੜਾ ਹੈ ਕਿ ਇੱਕ ਨਵਾਂ ਹੀ ਗਿਆਨ ਬਣ ਕੇ ਸਾਹਮਣੇ ਆਉਂਦਾ ਹੈ। ਇਸ ਵਿਆਖਿਆ ਅਨੁਸਾਰ ਕਵੀ ਦਾ ਦਰਜਾ ਇੱਕ ਸਿੱਧ ਪੁਰਸ਼ ਦੇ ਬਰਾਬਰ ਹੁੰਦਾ ਹੈ। ਵਰਡਸਵਰਥ ਤੇ ਕੋਲਰਿਜ ਦਾ ਵੀ ਇਹੋ ਵਿਚਾਰ ਸੀ। 19ਵੀਂ ਸਦੀ ਵਿੱਚ ਹਰਬਰਟ ਸਪੈਂਸਰ ਨੇ ਕਵਿਤਾ ਬਾਰੇ ਕਿਹਾ ਸੀ ਕਿ ਇਹ ਭਾਵੁਕ ਵਿਚਾਰਾਂ ਨੂੰ ਉੱਤਮ ਢੰਗ ਨਾਲ ਪ੍ਰਗਟਾਉਣ ਦੀ ਬੋਲਚਾਲ ਦੀ ਇੱਕ ਕਿਸਮ ਹੈਗੀ ਆ। ਭਾਵੁਕ ਵਿਚਾਰ ਉਹੀ ਆ ਕਿ ਮਨੁੱਖ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਾਹਮਣੇ ਰੱਖਣਾ। ਜਦੋਂ ਮੈਥਿਊ ਆਰਨਲਡ ਨੇ ਕਵਿਤਾ ਬਾਰੇ ਇਹ ਵਿਚਾਰ ਪੇਸ਼ ਕੀਤਾ ਕਿ ਕਵਿਤਾ ਅਸਲ ਵਿੱਚ ਜੀਵਨ ਦੀ ਸਮਾਲੋਚਨਾ ਕਰਦੀ ਹੈ, ਤਾਂ ਇਲੀਅਟ ਜਿਹੜੇ ਹੈਗੇ ਸੀ ਉਹਨਾਂ ਨੇ ਬੜੇ ਜ਼ੋਰਦਾਰ ਸ਼ਬਦਾਂ 'ਚ ਇਸ ਵਿਚਾਰ ਦੀ ਨਿਖੇਧੀ ਕਰਦਿਆਂ ਹੋਇਆ ਕਿਹਾ ਕਿ ਆਰਨਲਡ ਤਾਂ ਇਹ ਵੀ ਕਹਿ ਸਕਦਾ ਹੈ ਕਿ ਈਸਾਈ ਭਗਤੀ ਅਸਲ 'ਚ ਈਸਾਈ ਮਤ ਅਨੁਸਾਰ ਤ੍ਰੈ ਪੱਖੀ ਸਮਾਲੋਚਨਾ ਕਰਦਾ। ਮਤਲਬ ਡਾਇਰੈਕਟ ਹੈਗਾ ਸੀ ਇਲੀਅਟ ਜਿਹੜੇ ਹੈਗੇ ਸੀ
ਉਹ ਕਿਸੇ ਵਿਚਾਰਾਂ ਦੇ ਨਾਲ ਪ੍ਰਭਾਵ ਨਹੀਂ ਰੱਖਦੇ ਸੀ ਮੈਥਿਊ ਆਰਨਟ ਦੇ ਵਿਚਾਰਾਂ ਦੇ ਨਾਲ। ਸੋ ਉਹਨਾਂ ਦੇ ਕਵਿਤਾ ਬਾਰੇ ਜਿਹੜੇ ਕਹਿੰਦੇ ਆਰਨਟ ਤੇ ਇਲੀਅਟ ਦੇ ਵਿਰੋਧ ਵਿੱਚ ਹਮੇਸ਼ਾ ਇੱਕ ਵਿਰੋਧ ਜਿਹੜਾ ਹੈਗਾ ਸੀ ਉਹ ਚੱਲਦਾ ਹੀ ਰਹਿੰਦਾ ਸੀ। ਇੱਕ ਪੱਖ ਇਸ ਨੂੰ ਵਿਸ਼ਵ ਸੱਚਾਈਆਂ ਨਿਰੂਪਣ ਕਰਨ ਦਾ ਮਾਧਿਅਮ ਮੰਨਦਾ ਹੈ ਕਿ ਵੱਖ-ਵੱਖ ਜਿਹੜੀਆਂ ਬੁਰਾਈਆਂ ਵਿਸ਼ੇ ਇਸ ਦੇ ਥਰੂ ਸਾਹਮਣੇ ਲੈ ਕੇ ਆ ਸਕਦੇ ਆ। ਦੂਜੀ ਧਿਰ ਜਿਹੜੀ ਹੈਗੀ ਇਸ ਨੂੰ ਸਿਰਫ ਇੱਕ ਨਿੱਜੀ ਅਨੁਭਵਾਂ ਦੀ ਪ੍ਰਤੀਕਿਰਿਆ ਤੱਕ ਹੀ ਇੱਕ ਸਮੇਟ ਕੇ ਇਸ ਨੂੰ ਰੱਖਦੀ ਸੀ। ਹੁਣ ਦੇਖੋ ਸਾਹਿਤ ਦਾ ਆਰੰਭਕ ਰੂਪ ਕੀ ਹੈਗਾ ਸੀ, ਕਵਿਤਾ ਸੀ। ਵਾਰਤਕ ਵਿੱਚ ਰਚਨਾ ਤੋਂ ਪਹਿਲਾਂ ਰੋਮਾਂਸ ਜਾਂ ਕਹਾਣੀ ਵੀ ਛੰਦਬੱਧ ਰੂਪ 'ਚ ਲਿਖੀ ਜਾਂਦੀ ਸੀ। ਹੁਣ ਜਿਹੜੇ ਕਈ ਹੈਗੇ ਸੀ ਨਾ ਸਟਾਰਟਿੰਗ ਤੇ ਜਦੋਂ ਅਸੀਂ ਪੜ੍ਹਦੇ ਆ ਨਾ ਕਵਿਤਾ ਦੇ ਵਿੱਚ ਗਦ ਤੇ ਪਦ ਦੋਨੇ ਹੀ ਸ਼ਾਮਿਲ ਹੁੰਦੇ ਸੀ। ਕਵਿਤਾ ਮਤਲਬ ਦੋਨੇ ਹੀ ਚੀਜ਼ਾਂ। ਹੁਣ ਜਾ ਕੇ ਅਸੀਂ ਇਸ ਨੂੰ ਥੋੜਾ ਜਿਹਾ ਅਲੱਗ ਕਰਕੇ ਮੰਨਦੇ ਹੈਗੇ ਆ, ਪਰ ਪਹਿਲੋਂ ਜਿਹੜੀ ਹੈਗੀ ਸੀ ਵਾਰਤਕ ਵੀ ਉਸੇ ਰੂਪ ਦੇ ਵਿੱਚ ਹੀ ਲਿਖੀ ਜਾਂਦੀ ਹੈ ਜਿਵੇਂ ਇੱਥੇ ਕਿਹਾ ਹੈ ਕਹਾਣੀ ਵੀ ਛੰਦਬੱਧ ਰੂਪ 'ਚ ਲਿਖੇ ਜਾਂਦੇ ਸੀ। ਭਾਰਤ ਵਿੱਚ ਤਾਂ ਗਿਆਨ ਸਾਹਿਤ ਵੀ ਛੰਦਾਬੰਦੀ ਦੇ ਵਿੱਚ ਹੀ ਰਚਿਆ ਜਾਂਦਾ ਸੀ। ਜਿਹੜੇ ਗਿਆਨ ਦੇਣ ਵਾਲੀਆਂ ਚੀਜ਼ਾਂ ਸੀ ਉਹ ਵੀ ਇਸੇ ਦੇ ਵਿੱਚ ਹੀ ਮਿਲਦੀਆਂ ਨੇ। ਸ਼ੁਰੂ ਤੋਂ ਤੁਸੀਂ ਜਿੰਨੀਆਂ ਵੀ ਚੀਜ਼ਾਂ ਵੇਖ ਲਓ ਕਵਿਤਾ ਵਿੱਚ ਜ਼ਿਆਦਾ ਮਿਲਦੀਆਂ ਨੇ, ਵਾਰਤਕ 'ਚ ਘੱਟ। ਕਾਵ ਕਲਾ 5 ਪ੍ਰਸਿੱਧ ਲਲਿਤ ਕਲਾਵਾਂ ਦੀ ਮੁਖੀ ਹੈ। ਜਿਵੇਂ ਰਾਗ ਜਿਹੜਾ ਹੈਗਾ ਵਾ ਉਹ ਨਿਰੋਲ ਸੂਖਮ ਕਲਾ ਹੈ। ਇਹ ਅਰਥ ਹੈਗਾ ਜੇ ਅਰਥ ਅਤੀਤ ਜਾਂ ਨਿਰਾਰਥਕ ਹੈ। ਕਵਿਤਾ ਪਦਾਰਥਕ ਤੇ ਸਾਰਥਕ ਹੈ ਕਿਉਂ ਜੋ ਰਾਗ ਕੇਵਲ ਆਵਾਜ਼ਾਂ ਹੁੰਦੀਆਂ ਨੇ ਪਰ ਕਵਿਤਾ 'ਚ ਸ਼ਬਦ ਵੀ ਹੁੰਦੇ ਨੇ। ਸੋ ਇੱਥੇ ਜਿਹੜੀ ਹੈਗੀ ਹੈ ਕਵਿਤਾ ਜਿਹੜੀ ਹੈਗੀ ਹੈ ਇੱਥੇ ਉਹਨਾਂ ਨੇ ਰਾਗ ਨੂੰ ਨਿਰੋਲ ਸੂਖਮ ਕਲਾ ਦਾ ਦਰਜਾ ਦਿੱਤਾ ਸੀ ਤੇ ਇਹ ਜਿਹੜਾ ਹੈਗਾ ਸੀ ਕਵਿਤਾ ਉਸਨੂੰ ਪਦਾਰਥਕ ਸਾਰਥਕ ਦੋਨੇ ਕਿਹਾ ਹੈਗਾ ਵਾ ਕਿਉਂਕਿ ਰਾਗ ਜਿਹੜਾ ਹੈਗਾ ਵਾ ਉਸ ਦੇ ਵਿੱਚ ਸਿਰਫ ਇੱਕ ਰਿਦਮ ਹੁੰਦੇ ਨੇ, ਆਵਾਜ਼ਾਂ ਹੁੰਦੀਆਂ ਨੇ, ਪਰ ਜੇਕਰ ਅਸੀਂ ਕਵਿਤਾ ਵੇਖੀ ਜਾਏ ਤਾਂ ਉਸ ਦੇ ਵਿੱਚ ਸ਼ਬਦ ਵੀ ਹੁੰਦੇ ਨੇ ਤੇ ਜਿਨ੍ਹਾਂ ਦੇ ਕੁਝ ਅਰਥ ਕਵਿਤਾ ਰਾਗ ਸ਼ਿਲਪ ਕਲਾ ਮੂਰਤੀ ਕਲਾ ਤੇ ਚਿੱਤਰਕਾਰੀ ਆਦਿ ਕਲਾਵਾਂ ਤੋਂ ਸਮੁੱਚੇ ਤੌਰ ਤੇ ਉੱਤਮ ਕਲਾ ਲਲਿਤ ਕਲਾ ਮੰਨੀ ਜਾਂਦੀ ਹੈ। ਸੋ ਇਸ ਤਰੀਕੇ ਨਾਲ ਕਵਿਤਾ ਜਿਹੜੀ ਹੈਗੀ ਆ ਉਹ ਬਾਕੀ ਜਿਹੜੀਆਂ ਲਲਿਤ ਕਲਾਵਾਂ ਨਾਲੋਂ ਸਭ ਤੋਂ ਉੱਤਮ ਦਰਜੇ ਦੀ ਮੰਨੀ ਜਾਂਦੀ ਹੈ। ਸੋ ਕਵਿਤਾ ਜਿਹੜੀ ਹੈਗੀ ਆ ਉਹਨਾਂ ਨੇ ਇਸ ਨੂੰ ਕੀ ਗਾ ਸੀ ਲਲਿਤ ਕਲਾ ਦੇ ਵਿੱਚ ਰੱਖਿਆ ਸੀ ਜੋ ਕਿ ਬਾਕੀ ਜਿਹੜੀਆਂ ਗਿਆ ਸੀ ਉਹਨਾਂ ਦੇ ਨਾਲੋਂ ਸਰਵਸ਼੍ਰੇਸ਼ਟ ਮੰਨੀ ਜਾਂਦੀ ਹੈ। ਕਵਿਤਾ ਦੀ ਆਰੰਭਿਕ ਅਵਸਥਾ ਵਿੱਚ ਛੰਦ ਦੀ ਹੋਂਦ ਬਹੁਤ ਜ਼ਰੂਰੀ ਹੈ। ਵਿਸ਼ਵ ਦੇ ਉਪਲਬਧ ਸਾਹਿਤ ਦੀ ਆਰੰਭਿਕ ਕਵਿਤਾ ਛੰਦਾਬੰਦੀ 'ਚ ਮਿਲਦੀ ਹੈ। ਜਿਵੇਂ ਰਿਗਵੇਦ ਦੀਆਂ ਰਚਨਾਵਾਂ ਛੰਦਾਂ 'ਚ ਹੈ। ਦੇਵਤਿਆਂ ਦੀ ਉਸਤਤੀ ਜਾਦੂ ਟੂਣੇ ਦੇ ਮੰਤਰ ਤੰਤਰਾਂ ਦਾ ਸੰਬੰਧੀ ਸਾਹਿਤ ਛੰਦਾਬੰਦੀ 'ਚ ਮਿਲਦਾ ਹੈ। ਗਿਫਤ ਦੇ ਲਿਖਣ ਅਨੁਸਾਰ ਰਿਗਵੇਦ ਦੀ ਮਹੱਤਤਾ ਕਵਿਤਾ ਪੱਖੋਂ ਵੀ ਹੈ ਤੇ ਇਤਿਹਾਸਕ ਪੱਖੋਂ ਵੀ, ਯਾਨੀ ਕਿ ਰਿਗਵੇਦ ਜਿਹੜੇ ਹੈਗੇ ਆ ਉਹ ਤਾਂ ਮਹੱਤਤਾ ਰੱਖਦੇ ਜੇਕਰ ਉਹ ਕਵਿਤਾ ਵਿੱਚ ਵੀ ਰਚੇ ਗਏ ਨੇ ਤੇ ਇਤਿਹਾਸਕ ਪੱਖੋਂ ਵੀ ਉਹ ਮਹੱਤਵ ਰੱਖਦੇ ਨੇ। ਕਵਿਤਾ ਦੇ ਤੱਤ 3 ਹੈਗੇ ਨੇ ਸਾਨੂੰ ਪਤਾ, ਭਾਵ ਕਲਪਨਾ ਤੇ ਸੰਗੀਤ। ਅਫਲਾਤੂਨ ਦਾ ਕਥਨ ਹੈ ਕਿ ਕਵੀ ਦੀ ਆਤਮਾ ਵਿੱਚ ਕਲਾ ਦੇਵੀਆਂ ਦਾ ਉਨਮਾਦ ਹੁੰਦਾ ਹੈ, ਉਹ ਮਨੁੱਖ ਦੀ ਭਾਵੁਕਤਾ ਨੂੰ ਪ੍ਰੇਰਦਾ ਹੈ। ਕਵਿਤਾ ਮਨੁੱਖ ਦੇ ਅੰਦਰਲੇ ਜਿਹੜੇ ਭਾਵ ਹੈਗੇ ਨੇ ਉਹਦਾ ਤੋਂ ਇੱਕ ਉਤਪੰਨ ਹੁੰਦੀ ਹੈ। ਹਾਊਸਮੈਨ ਅਨੁਸਾਰ ਕਵਿਤਾ ਦੀ ਵਿਸ਼ੇਸ਼ਤਾ ਭਾਵਾਂ ਨੂੰ ਪ੍ਰਕਾਸ਼ਮਾਨ ਕਰਨ ਦੇ ਵਿੱਚ ਹੀ ਹੈ ਕਿਉਂਕਿ ਕਵਿਤਾ ਦਾ ਮਤਲਬ ਆਪਣੇ ਅਨੁਭਵ ਭਾਵ ਵਿਚਾਰ ਸਾਹਮਣੇ ਰੱਖਣੇ ਹੈ। ਕਵੀ ਜੋ ਕੁਝ ਮਹਿਸੂਸ ਕਰਦਾ ਗਿਆ ਉਹ ਕਰਦਾ ਹੈ ਤੇ ਉਸ ਦੀ ਝਰਨਾਟ ਪਾਠਕ ਵਿੱਚ ਵੀ ਪੈਦਾ ਕਰ ਦੇਣਾ ਹੈ। ਮਤਲਬ ਕਿ ਕਵਿਤਾ ਇਸ ਤਰੀਕੇ ਦੇ ਨਾਲ ਲਿਖਣਾ ਕਿ ਜੋ ਅਸੀਂ ਫੀਲ ਕਰਦਾ ਹੈਗਾ ਵਾ ਜੋ ਲੇਖਕ ਲਿਖਣ ਸਮੇਂ ਉਹ ਪਾਠਕ ਵੀ ਉਸੇ ਤਰੀਕੇ ਦੇ ਨਾਲ ਫੀਲ ਕਰੇ। ਕੀਟਸ ਕਹਿੰਦਾ ਹੈ ਕਿ ਕਵਿਤਾ ਆਪਣੀ ਉੱਤਮ ਅਧਿਕਤਾ ਦੇ ਕਾਰਨ ਆਨੰਦ ਦਿੰਦੀ ਹੈ। ਅਧਿਕਤਾ ਡਰਿੰਕ ਵਾਟਰ ਦਾ ਵਿਚਾਰ ਹੈ ਕਿ ਕਵਿਤਾ ਦਾ ਪ੍ਰਾਥਮਿਕ ਤੇ ਸਦੀਵੀ ਸੰਬੰਧ ਭਾਵਾਂ ਦੇ ਨਾਲ ਹੈ ਜੋ ਇਸ ਦੀ ਪਰਿਵਰਤਨਸ਼ੀਲ ਦੁਨੀਆ 'ਚ ਨਹੀਂ ਬਦਲਦੇ। ਕਾਲਜ ਦਾ ਵਿਭਾਗ ਹੈਗਾ ਕਿ ਮਹਾਨ ਕਵਿਤਾ ਸਾਡੇ ਮਨ ਵਿੱਚ ਭਾਵਾਂ ਦੀ ਅੰਤਲੀ ਤੇ ਨਿਰੰਤਰ ਧਾਰਾ ਪੈਦਾ ਕਰਦੀ ਹੈ ਜੋ ਸਾਡੇ ਮਨ ਦੀਆਂ ਡੂੰਘੀਆਂ ਘਾਟੀਆਂ ਦੇ ਵਿੱਚ ਕੀ ਹੈ ਜਾ ਵਸਦੀ ਹੈ। ਇਹ ਵਾਲੇ ਜਿਹੜੇ ਜਿਵੇਂ ਇਹ ਦੱਸਿਆ ਨਾ ਕਿ ਕਵਿਤਾ ਦੀ ਵਿਸ਼ੇਸ਼ਤਾ ਨੂੰ ਭਾਵਾਂ ਨੂੰ ਪ੍ਰਕਾਸ਼ਮਾਨ ਕਰਦੀ ਹੈ, ਇਹ ਕਿਹਨੇ ਕਿਹਾ ਹੈ? ਹਾਊਸਮੈਨ। ਇਸ ਤਰੀਕੇ ਨਾਲ ਇਹਨਾਂ ਨੇ ਜੋ ਤਰੀਕਾ ਦੱਸੇ ਹੋਏ ਨੇ ਇਹਨਾਂ ਨੂੰ ਐਜ਼ ਅ ਕਥਨ ਦੇ ਰੂਪ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ ਪੇਪਰ ਦੇ ਵਿੱਚ। ਅੱਗੇ ਦੇਖੋ ਪੰਜਾਬੀ ਕਵਿਤਾ ਆਪਣੀ ਵਰਤਮਾਨ ਸਰੂਪ 'ਚ 9ਵੀਂ 10ਵੀਂ ਸਦੀ ਤੋਂ ਵਿਕਸਿਤ ਹੁੰਦੀ ਹੋਈ 12ਵੀਂ 13ਵੀਂ ਸਦੀ ਤੱਕ ਨਿਰੰਤਰ ਇੱਕ ਸੁਤੰਤਰ ਰੂਪ ਦੇ ਧਾਰਨ ਕਰਦੀ ਜਾਪਦੀ ਹੈ। 9ਵੀਂ 10ਵੀਂ ਸਦੀ ਦੇ ਮੁਲਤਾਨ ਨਿਵਾਸੀ ਕਵੀ ਤੇ ਮਾਨ ਦੀ ਰਚਨਾ ਯਾਨੀ ਕਿ ਅਬਦੁਲ ਰਹਿਮਾਨ ਸਨੇਹ ਰਾਸ ਵਿੱਚ 300 ਤੋਂ ਵਧੇਰੇ ਸ਼ਬਦ ਪੰਜਾਬੀ ਦੇ ਨੇ ਜੋ ਬਹੁਤੇ ਥੋੜੇ ਭੇਦ ਦੇ ਨਾਲ ਅੱਜ ਤੱਕ ਪ੍ਰਚਲਿਤ ਨੇ। ਜੋਗੀਆਂ ਦੀਆਂ ਕਵਿਤਾ ਜੋਗੀਆਂ ਦੇ ਆਪਣੇ ਯੋਗ ਸੰਬੰਧੀ ਅਨੁਭਵ, ਸਦਾਚਾਰਕ ਸਿੱਖਿਆ ਤੇ ਯੋਗ ਦੇ ਮਹੱਤਵ ਨੂੰ ਦਰਸਾਉਣ ਲਈ ਜੋ ਬਾਣੀ ਰਚੀ ਗਈ ਉਹ ਵੀ ਪੰਜਾਬੀ ਦੇ ਵਿੱਚ ਹੀ ਉਪਲਬਧ ਹੈ। ਜਿਵੇਂ ਗੋਰਖ, ਚਰਪਟ, ਚੌਰੰਗੀ, ਰਤਨਨਾਥ ਭਾਵੇਂ ਹੱਠ ਜੋਗੀ ਸਨ ਪਰ ਇਹਨਾਂ ਦੇ ਵਿੱਚ ਹੱਠ ਯੋਗ ਦਾ ਪ੍ਰਚਾਰ ਨਹੀਂ ਲੜਦਾ, ਸਗੋਂ ਇਹ ਕੀ ਹੈਗਾ ਵਾ ਇੰਦਰੀ ਨਿਰੋਧ, ਸਵੈ ਕਾਬੂ ਤੇ ਸਦਾਚਾਰ ਦਾ ਇਹ ਪ੍ਰਚਾਰ ਲੜਦਾ ਹੈ। ਗਜਨੀ ਦੇ ਸਾਮਰਾਜ ਦੇ ਸਮੇਂ ਤੋਂ ਅਗਲੇ 100 ਵਰੇ ਤੋਂ ਕੁਝ ਵੱਧ ਤੇ ਸ਼ੇਖ ਫਰੀਦ ਤੋਂ ਪਹਿਲਾਂ ਦੀ ਰਚਨਾ ਪਹਿਲਾਂ ਮੁਸਲਮਾਨ ਵਿਦਵਾਨਾਂ ਵੱਲੋਂ ਪੰਜਾਬੀ ਕਵਿਤਾ ਵਿੱਚ
ਹੋਣ ਦੇ ਹਵਾਲੇ ਤਾਂ ਮਿਲਦੇ ਨੇ, ਪਰ ਮੰਦੇ ਭਾਗਾਂ ਨੂੰ ਇਹ ਰਚਨਾਵਾਂ ਸਾਨੂੰ ਪ੍ਰਾਪਤ ਨਹੀਂ ਹੋਈਆਂ। ਇਹਨਾਂ ਉਲੇਖਾਂ ਤੋਂ ਇਹ ਸਮਝਣ 'ਚ ਸਹਾਇਤਾ ਜ਼ਰੂਰ ਮਿਲਦੀ ਹੈ ਕਿ ਕਿਵੇਂ 9ਵੀਂ ਸਦੀ ਤੋਂ ਚੱਲ ਕੇ 13ਵੀਂ ਸਦੀ ਅਰਥਾਤ ਸ਼ੇਖ ਫਰੀਦ ਦੇ ਸਮੇਂ ਤੱਕ ਪੰਜਾਬੀ ਕਵਿਤਾ ਆਪਣਾ ਸਾਹਿਤਕ ਰੂਪ ਜਿਹੜਾ ਹੈਗਾ ਸੀ ਉਹ ਸਥਾਪਿਤ ਕਰ ਚੁੱਕੀ ਸੀ। ਅੱਗੇ ਆਏਗਾ ਲੋਕ ਗੀਤ। ਹੁਣ ਦੇਖੋ ਲੋਕ ਗੀਤ ਵਿੱਚ ਵੀ ਕਿਵੇਂ ਕਵਿਤਾ ਸਾਨੂੰ ਮਿਲਦੀ ਹੈਗੀ ਹੈ। ਕਈ ਕਿਸਮਾਂ ਤੇ ਕਈ ਰੂਪ ਹੈਗੇ ਨੇ ਗੀਤਾਂ ਦੀਆਂ, ਜਿਨ੍ਹਾਂ 'ਚੋਂ ਪਿਆਰ ਗੀਤਾਂ ਨੂੰ ਸਭ ਤੋਂ ਵੱਧ ਮਾਨਤਾ ਪ੍ਰਾਪਤ ਹੈ। ਪਿਆਰ ਗੀਤਾਂ 'ਚ ਵਿਯੋਗ ਸ਼ਿੰਗਾਰ ਗੀਤ ਜ਼ਿਆਦਾ ਮਹੱਤਵਪੂਰਨ ਨੇ। ਦੂਜੇ ਦਰਜੇ ਦੇ ਸੰਜੋਗ ਪਿਆਰ ਤੇ ਤੀਜੇ ਦਰਜੇ ਦੇ ਵੱਖੋ ਵੱਖਰੇ ਮਿੱਠੇ ਤੇ ਕੌੜੇ ਜੀਵਨ ਅਨੁਭਵ ਤੇ ਸਮਾਜਿਕ ਰਸਮ ਰਿਵਾਜ ਨਾਲ ਸੰਬੰਧਿਤ ਗੀਤ ਹਨ, ਜਿਵੇਂ ਵਿਆਹ, ਜਨਮ, ਮੌਤਾਂ ਤੇ ਕੁਝ ਹੋਰ ਸਾਨਾਂ ਆਦਿ ਦੇ ਗੀਤ। ਯਾਨੀ ਕਿ ਕਈ ਕਿਸਮਾਂ ਮਿਲਦੀਆਂ ਨੇ। ਇੱਕ ਸਾਨੂੰ ਮਿਲਦੇ ਨੇ ਵਿਯੋਗ, ਇੱਕ ਪਿਆਰ ਵਾਲਾ, ਇੱਕ ਆ ਜਾਂਦਾ ਹੈਗਾ ਵਾ ਸਾਡੇ ਕੋਲ ਤੀਜੇ ਦਰਜੇ ਦਾ, ਇੱਕ ਕੌੜੇ ਮਿੱਠੇ ਅਨੁਭਵ ਵਾਲੇ ਜਿਹੜੇ ਆਏ ਨੇ, ਜਿਨ੍ਹਾਂ ਵਿੱਚ ਸਭ ਵੱਖਰੇ ਵੱਖਰੇ ਜਿਵੇਂ ਰਸਮ ਰਿਵਾਜਾਂ ਦੇ ਨਾਲ ਸੰਬੰਧਿਤ ਸਾਨੂੰ ਗੀਤ ਮਿਲਦੇ ਨੇ। ਤੇ ਇਹ ਜਿਹੜੇ ਲੋਕ ਹੈਗੇ ਨੇ ਭਾਵ ਕਈ ਰੂਪ ਤੇ ਸੰਚਿਆ ਦੇ ਵਿੱਚ ਇੱਥੇ ਢਲੇ ਹੁੰਦੇ ਨੇ, ਜਿਵੇਂ ਖੁੱਲੇ ਡੁੱਲੇ ਗੀਤ, ਸਿੱਠਣੀਆਂ, ਘੋੜੀਆਂ, ਬਾਰਮਾਂ, ਅਠਵਾਰੇ, ਸੀਰਫੀਆਂ। ਅਗਰ ਇਹਨਾਂ ਦੇ ਵਿੱਚ ਵੀ ਦੇਖੀ ਜਾਏ ਤੇ ਜਿਹੜੇ ਗੀਤ ਹੁੰਦੇ ਨੇ ਉਹ ਵੀ ਇੱਕ ਕਵਿਤਾ ਦੀ ਸ਼ੇਪ 'ਚ ਹੀ ਹੁੰਦੇ ਨੇ। ਲੋਕ ਵਾਰਾਂ ਪੰਜਾਬੀ ਲੋਕ ਸਾਹਿਤ ਦੀਆਂ ਪੂਰਵ ਨਾਨਕ ਕਾਲ ਦੀਆਂ ਪੁਰਾਤਨ ਵਾਰਾਂ ਦੀ ਹੋਣ ਦਾ ਪਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਧੁਨੀਆਂ ਤੋਂ ਵੀ ਮਿਲਦਾ ਹੈ। ਜਿਵੇਂ ਇਹ ਵੀ ਦੇਖ ਸਕਦੇ ਹੋ ਤੁਸੀਂ, ਰਾਏ ਕਮਾਲ, ਢੁੰਡੇ ਸਰਾਜੇ, ਸਿਕੰਦਰ, ਇਬਰਾਹਿਮ, ਲੱਲਾ, ਬਹਿਲੀਮਾ, ਹਸਨੇ ਮਹਿਮੇ, ਮੂਸੇ, ਜੋਧੇ, ਕੈਲਾਸ਼, ਮਾਲਦੇਵ ਦੀਆਂ ਵਾਰਾਂ ਆਦਿ ਹਨ। ਇਹਨਾਂ ਦੀ ਬੋਲੀ ਨਿਰੋਲ ਪੰਜਾਬੀ ਹੈ ਤੇ ਅੱਧ ਪੜੇ ਭੱਟਾਂ ਦੀਆਂ ਕਿਰਤਾਂ ਇਹ ਜਾਪਦੀਆਂ ਨੇ। ਹੋ ਸਕਦਾ ਹੈ ਕਿ ਇਹ ਲੋਕ ਕਾਵਿ ਰੂਪ ਪੰਜਾਬੀਆਂ ਦੀ ਹੀ ਦੇਣ ਹੋਵੇ, ਜਾਂ ਇਹ ਵੀ ਸੰਭਵ ਹੈ ਕਿ ਰਾਜਸਥਾਨੀ ਡਿੰਗਲ ਜਾਂ ਪਿੰਗਲ ਸਾਹਿਤ ਦੇ ਪ੍ਰਭਾਵ ਅਧੀਨ ਪੈਦਾ ਹੋਇਆ ਹੋਵੇ, ਜੋ ਚਾਰਨ ਕਵੀਆਂ ਦੀ ਹੀ ਦੇਣ ਹੈ। ਵੀਰਤਾ ਦੀ ਉਪਾਸਨਾ ਹੀ ਲੋਕਵਾਰਾਂ ਦਾ ਕੀ ਗਵਾ ਸੋਮਾ ਹੈ। ਸੋ ਲੋਕਵਾਰਾਂ ਦੇ ਵਿੱਚ ਵੀ ਸਾਨੂੰ ਉਸੇ ਤਰੀਕੇ ਦੇ ਲੈ ਜਿਹੜੀ ਹੈਗੀ ਰਿਦਮ ਮਿਲਦਾ ਹੈਗਾ ਵਾ, ਤੇ ਇਹ ਵੀ ਜਿਹੜੇ ਹੈਗੇ ਨੇ ਕਵਿਤਾ ਦੇ ਰੂਪ 'ਚ ਹੀ ਮਿਲਦੇ ਹਨ। ਅੱਗੇ ਆ ਜਾਂਦਾ ਹੈਗਾ ਪੂਰਾ ਨਾਨਕ ਕਾਲ ਦੀ ਪੰਜਾਬੀ ਕਵਿਤਾ। ਇਸ ਕਾਲ ਦੇ ਪ੍ਰਸਿੱਧ ਤੇ ਮੁਖੀ ਕਵੀ ਬਾਬਾ ਫਰੀਦ ਨੇ। ਫਰੀਦ ਦੀ ਬੋਲੀ ਨਿਰੋਲ ਪੰਜਾਬੀ ਹੈ ਤੇ ਉਸਨੇ ਕਵਿਤਾ ਨੂੰ ਮਿਠਾਸ ਪ੍ਰਦਾਨ ਕੀਤੀ ਹੈ। ਬਿੰਬਾਵਲੀ ਸੰਤ ਬਾਣੀ ਵਾਲੀ ਹੈ। ਫਰੀਦ ਨੇ ਸਿਧਾਂਤਕ ਸ਼ਬਦਾਵਲੀ ਦੀ ਵੀ ਭਾਰਤੀ ਚਿੰਜਾ ਸਾਧਨਾ ਤੋਂ ਹੀ ਉਹਨਾਂ ਨੇ ਇਹ ਲਏ ਹਨ। ਬਾਹਰ ਦੇ ਅਗਰ ਭਗਤ ਕਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੈਰ ਪੰਜਾਬੀ ਭਗਤਾਂ ਦੀ ਬਾਣੀ ਸੰਕਲਿਤ ਕੀਤੀ ਹੋਈ ਹੈ, ਜਿਸ ਵਿੱਚ ਵੀ ਪੰਜਾਬੀ ਸ਼ਬਦਾਵਲੀ ਦੀ ਹੀ ਪ੍ਰਧਾਨਤਾ ਮਿਲੀ ਹੈ। ਕਬੀਰ ਰਵਿਦਾਸ ਦੋਵੇਂ ਸਮਕਾਲੀ ਨੇ। ਰਾਮਾਨੰਦ ਯੂਪੀ, ਪਰਮਾਨੰਦ ਬੰਬਈ, ਨਾਮਦੇਵ ਮਹਾਰਾਸ਼ਟਰ, ਤਿਲੋਚਨ ਮਹਾਰਾਸ਼ਟਰ, ਧੰਨਾ ਰਾਜਪੂਤਾਨਾ, ਵੇਣੀ ਰਾਜਪੂਤਾਨਾ, ਸੈਨ ਤੇ ਭੀਖਨ ਯੂਪੀ, ਜੈਦੇਵ ਬੰਗਾਲ, ਪੀਪਾ ਯੂਪੀ, ਸਤਰਾ ਸਿੰਧ ਸੂਦ ਦਾ ਅਵਧ ਰਹਿਣ ਵਾਲਾ ਸੀ। ਇਹਨਾਂ ਦੇ ਮੁੱਖ ਪ੍ਰੇਰਨਾ ਸਰੋਤ ਕੀ ਗਏ ਸੀ? ਭਾਰਤੀ ਰਹੱਸਵਾਦੀ ਤੇ ਦਾਰਸ਼ਨਿਕ ਚਿੰਤਨਧਾਰਾ ਸੀ। ਪੰਜਾਬੀ ਮਨ ਕਬੀਰ ਤੇ ਨਾਮਦੇਵ ਵਿੱਚ ਸਭ ਤੋਂ ਵੱਧ ਹੈ। ਇਹਨਾਂ ਦੀ ਰਚਨਾਵਾਂ 'ਚ ਪੰਜਾਬੀ ਤੇ ਕਵਿਤਾ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਇਸ ਤੋਂ ਇਲਾਵਾ ਅੱਗੇ ਦੇਖਿਆ ਜਾਵੇ ਤਾਂ ਗੁਰੂ ਨਾਨਕ ਕਾਲ ਦੀ ਕਵਿਤਾ ਜਿਹੜੀ ਹੈਗੀ ਹੈ ਉਸਨੂੰ 6 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਅਧਿਆਤਮਕ ਕਵਿਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਗੁਰੂ ਸਾਹਿਬਾਨ ਦੀ ਕਵਿਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਨਾਨਕ ਦੇਵ ਤੇ ਨਿਕਟਵਰਤੀ ਮਹਾਂਪੁਰਸ਼ਾਂ ਦੀ ਕਵਿਤਾ, ਭਾਈ ਗੁਰਦਾਸ ਦੀ ਕਵਿਤਾ ਤੇ ਹੋਰ ਸਿੱਖਾਂ ਦੀ ਕਵਿਤਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਦਸਮ ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਗ੍ਰੰਥ 'ਚ ਦਰਜ ਕਵਿਤਾ। ਇਸ ਤੋਂ ਇਲਾਵਾ ਦਸਮ ਗੁਰੂ ਜੀ ਦੇ ਦਰਬਾਰੀ ਕਵੀਆਂ ਹੈਗੇ, ਇੱਥੇ ਬਰਾਬਰੀ ਨਹੀਂ ਗਏ, ਇੱਥੇ ਦਰਬਾਰੀ ਹੈਗੇ ਨੇ ਕਵੀਆਂ ਦੀ ਵੀ ਇੱਥੇ ਕਵਿਤਾ ਉਹਦੇ ਵਿੱਚ ਦੱਸੀ ਗਈ ਹੈ। ਅੱਗੇ ਦੇਖੋ, ਇਸ ਕਾਲ ਦੀ ਸਮੁੱਚੀ ਕਵਿਤਾ ਤੇ ਗੁਰੂ ਨਾਨਕ ਦੇਵ ਜੀ ਦਾ ਹੀ ਪ੍ਰਭਾਵ ਹੈ। ਗੁਰੂ ਨਾਨਕ ਦੇਵ ਜੀ ਦੇ ਦਾਰਸ਼ਨਿਕ ਵਿਚਾਰਾਂ ਦੇ ਸਪਸ਼ਟੀਕਰਨ ਤੇ ਸਰਲੀਕਰਨ ਤੇ ਵਿਸਤਾਰ ਦਰਸ਼ਨ ਬਾਣੀ ਬਾਕੀ ਗੁਰੂ ਸਾਹਿਬਾਨ ਬਾਣੀ ਦੇ ਵਿੱਚੋਂ ਹੀ ਸਾਨੂੰ ਹੁੰਦੇ ਨੇ। ਮਤਲਬ ਜੋ ਉਹਨਾਂ ਦੀ ਰਚਨਾ ਹੈਗੀ ਸੀ ਜ਼ਿਆਦਾਤਰ ਉੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਹੀ ਦੇਖਿਆ ਗਿਆ। ਇਸ ਤੋਂ ਇਲਾਵਾ ਬਾਕੀ ਜਿਹੜੇ ਹੈਗੇ ਸੀ ਗੁਰੂਆਂ ਨੇ ਜਿਹੜੀ ਬਾਣੀ ਲਿਖੀ ਉਹਨਾਂ ਦੇ ਵਿੱਚੋਂ ਹੀ ਇਹ ਵੀ ਚੀਜ਼ਾਂ ਸਾਨੂੰ ਸਪਸ਼ਟ ਰੂਪ ਦੇ ਵਿੱਚ ਹੀ ਨਜ਼ਰ ਆਉਂਦੇ ਨੇ। ਗੁਰੂ ਨਾਨਕ ਦੇਵ ਵਾਲੇ ਹੀ ਕਾਬੂ ਮਗਰਲੇ ਜਿਹੜੇ ਗੁਰੂ ਸਾਹਿਬਾਨਾਂ ਨੇ ਅਪਣਾਏ ਤੇ ਸਾਰੀ ਜਿਹੜੀ ਰਚਨਾ ਉਹਨਾਂ ਨੇ ਰਾਗਾਂ ਦੇ ਵਿੱਚ ਹੀ ਕੀਤੀ ਸੀ। ਰਹੱਸਮਈ ਦੀ ਬਿੰਬਾਵਲੀ ਤੇ ਅਲੰਕਾਰ ਤੇ ਸਿਧਾਂਤਕ ਸ਼ਬਦਾਵਲੀ ਦਾ ਕਹਿੰਦੇ ਜਿੱਥੋਂ ਤੱਕ ਸੰਬੰਧ ਹੈ ਸਾਰਿਆਂ ਦੇ ਵਿੱਚ ਸਾਂਝ ਦੇਖੀ ਜਾ ਸਕਦੀ ਹੈ। ਤੇ ਇਸ ਕਾਲ ਦੇ ਸਿੱਖ ਕਵੀਆਂ ਦੀ ਬੁਨਿਆਦੀ ਸਿਧਾਂਤਕ ਵਿਚਾਰ ਗੁਰੂ ਨਾਨਕ ਸਾਹਿਬ ਵਾਲੇ ਹੀ ਹਨ। ਸੋ ਕਵਿਤਾ ਰਾਗਬੱਧ ਦੇ ਵਿੱਚ ਹੀ ਰਚੀ ਗਈ ਸੀ। ਗੁਰੂ ਨਾਨਕ ਦੇਵ ਜੀ ਦੇ ਕਾਵਿ ਰੂਪਾਂ ਦੇ ਸੋਮੇ ਵਿਸ਼ੇਸ਼ ਕਰਕੇ ਦੋ ਹੈਗੇ ਨੇ, ਭਾਰਤੀ ਸਾਹਿਤ ਧਾਰਾ ਵਿੱਚ ਪ੍ਰਚਲਿਤ ਕਾਵਿ ਰੂਪ ਤੇ ਪੰਜਾਬ 'ਚ ਪ੍ਰਚਲਿਤ ਲੋਕ ਕਾਵਿ। ਉਹਨਾਂ ਆਪਣੀ ਬਾਣੀ ਨੂੰ ਛੰਦਾਂ, ਵਾਰਾਂ, ਪਹਿਰਿਆਂ, ਲੂਣੀਆਂ ਆਦਿ ਕਾਵਿ ਰੂਪਾਂ 'ਚ ਢਾਲਿਆ। ਪੱਟੀ, ਗੋਸ਼ਟ, ਬਾਰਮਾ, ਥਿੱਤੀ, 52 ਅੱਖਰੀ ਆਦਿ ਦੇ ਕਾਵਿ ਰੂਪ ਲੌਕਿਕ ਵੀ ਸਨ ਤੇ ਕਿਤਾਬੀ ਵੀ। ਗੁਰੂ ਨਾਨਕ ਸਾਹਿਬ ਦੇ ਛੰਦ ਵੀ ਵਧੇਰੇ ਲੋਕ ਕਵਿਤਾ ਦੇ ਹੀ ਨੇੜੇ ਸੀ। ਬੜੀ ਸੁੰਦਰਤਾ ਦੇ ਨਾਲ ਉਹਨਾਂ ਨੇ ਅਪਣਾਇਆ
ਸਲੋਕ ਤੇ ਪਦੀਆਂ ਦੇ ਵੀ ਸਿੱਕੇਬੱਧ ਰੂਪ ਉਹਨਾਂ ਨੇ ਨਹੀਂ ਅਪਣਾਏ, ਸਗੋਂ ਉਹਨਾਂ ਨੇ ਆਪਣੇ ਨਵੇਂ ਤਜਰਬੇ ਹੀ ਕੀਤੇ ਸੀ। ਪੌੜੀ, ਕਾਫੀ ਆਦਿ ਛੰਦ ਰੂਪਾਂ ਦੀ ਵੀ ਵਰਤੋਂ ਆਪ ਨੇ ਕੀਤੀ। ਸਿਰੀ, ਮਾਝ, ਆਸਾ, ਗੁਜਰੀ, ਮਾਰੂ, ਤੁਖਾਰੀ, ਭੈਰੂ, ਬਸੰਤ, ਸਾਰੰਗ, ਮਲਾਰ ਤੇ ਪ੍ਰਭਾਤੀ ਇਹ ਜਿਹੜੇ ਹੈਗੇ ਸੀ ਗੁਰੂ ਨਾਨਕ ਸਾਹਿਬ ਨੇ ਹੀ ਵਰਤੇ ਸੀ। ਇਹਨਾਂ ਦੀ ਸਾਰੀ ਸਿਧਾਂਤਕ ਸ਼ਬਦਾਵਲੀ ਵੀ ਪੂਰਵਕਾਲੀ ਸਾਹਿਤ ਵਿੱਚੋਂ ਹੀ ਲਈ ਗਈ ਹੈ। ਮਿਥਿਹਾਸਕ ਜਿਹੜੇ ਚਿੰਨ੍ਹ ਸੀ ਉਹਨਾਂ ਨੇ ਵਧੇਰੇ ਕਰਕੇ ਭਾਰਤੀ ਪਰ ਕਿਤੇ ਕਿਤੇ ਇਸਲਾਮੀ ਵੀ ਉਹਨਾਂ ਨੇ ਯੂਜ਼ ਕੀਤੇ ਸੀ। ਉਹਨਾਂ ਸਾਰਿਆਂ ਦਾ ਮਿਲਗੋਬਾ ਸੰਤ ਭਾਗਾ ਸੀ ਤੇ ਜਿਸ ਵਿੱਚ ਵਧੇਰੇ ਅੰਸ਼ ਜਿਹੜੇ ਗਏ ਸੀ ਪ੍ਰਾਕ੍ਰਿਤ ਤੇ ਸੰਸਕ੍ਰਿਤ ਦਾ ਹੀ ਸੀ। ਕਿਰਿਆਵਾਂ ਜਿਹੜੀਆਂ ਹੈਗੀਆਂ ਸੀ ਅਪਭ੍ਰੰਸ਼ ਦੀਆਂ ਤੇ ਨਾਲ ਨਾਲ ਕਿਤੇ ਕਿਤੇ ਫਾਰਸੀ ਅਰਬੀ ਸ਼ਬਦਾਵਲੀ ਦਾ ਜਿਹੜਾ ਹੈਗਾ ਵਾ ਇੱਥੇ ਹੈਗਾ ਵਾ ਪ੍ਰਯੋਗ ਵੀ ਕੀਤਾ ਗਿਆ, ਪਰ ਪ੍ਰਧਾਨਤਾ ਜ਼ਿਆਦਾਤਰ ਕਿਹਨੂੰ ਮਿਲੀ ਸੀ? ਪੰਜਾਬੀ ਬੋਲੀ ਨੂੰ ਹੀ ਦਿੱਤੀ ਸੀ। ਸੋ ਇਸ ਦੇ ਵਿੱਚ ਜਿੰਨਾ ਦੱਸਿਆ ਸੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੀ ਦੱਸਿਆ ਸੀ ਕਿ ਉਹਨਾਂ ਨੇ ਨਵੀਆਂ ਚੀਜ਼ਾਂ ਇਸ ਵਿੱਚ ਯੂਜ਼ ਕੀਤੀਆਂ ਸੀ। ਸ਼ਬਦਾਵਲੀ, ਅਗਰ ਬਿੰਬ, ਅਗਰ ਕਰੇ ਜਿਹੜੀ ਉਹਨਾਂ ਦੀ ਭਾਸ਼ਾ, ਸ਼ਬਦ ਜਿਹੜੇ ਹੈਗੇ ਸੀ ਸਾਰਿਆਂ ਦੇ ਬਾਰੇ ਇੱਥੇ ਦੱਸਿਆ ਸੀ। ਇਸ ਤੋਂ ਇਲਾਵਾ ਮੌਲਿਕ ਅਲੰਕਾਰ ਤੇ ਮੌਲਿਕ ਸ਼ੈਲੀ ਨੂੰ ਵੀ ਇਹਨਾਂ ਨੇ ਹੀ ਜਿਹੜਾ ਜਨਮ ਦਿੱਤਾ ਸੀ। ਅੱਗੇ ਹੈਗਾ ਵਾ ਗੁਰੂ ਨਾਨਕ ਦੇਵ ਜੀ ਨੇ ਮੂਲ ਵਿਚਾਰ ਹਿੰਦੂ ਦਰਸ਼ਨ ਦੇ ਅਪਣਾਏ ਨੇ, ਪਰ ਇਨ ਬਿਨ ਉਹਨਾਂ ਦਾ ਵਿਸਤਾਰ ਆਪਣੀ ਬਾਣੀ 'ਚ ਉਸੇ ਤਰੀਕੇ ਦੇ ਨਾਲ ਨਹੀਂ ਕੀਤੇ। ਜਿਵੇਂ ਪਿੱਛੇ ਵੀ ਪੜਿਆ, ਉਹਨਾਂ ਨੇ ਕੁਝ ਨਵੇਂ ਤਜਰਬੇ ਕੀਤੇ ਸੀ ਤੇ ਇਹਦੇ ਵਿੱਚ ਵੀ ਉਹੀ ਸਾਨੂੰ ਮਿਲਦੇ ਨੇ। ਪੰਜਾਬ ਦੇ ਭਗਤ ਫਕੀਰ ਕਵੀ ਗੁਰੂ ਸਾਹਿਬਾਨ ਤੇ ਗੁਰੂ ਘਰ ਦੇ ਨਿਕਟਵਰਤੀ ਸਿੱਖਾਂ ਦੀ ਰਚਨਾ ਤੋਂ ਛੁੱਟ ਵੀ ਇਸ ਕਾਲ 'ਚ ਢੇਰ ਸਾਰਾ ਭਗਤੀ ਕਾਵਿ ਰਚਿਆ ਗਿਆ। ਡਾਕਟਰ ਮੋਹਨ ਸਿੰਘ ਦੀ ਲੱਭਤ ਅਨੁਸਾਰ ਹਿਰਦਾ ਰਾਮ ਛੱਜੂ, ਜਲਨ, ਵਲੀ ਰਾਮ, ਬਾਬਾ ਲਾਲ, ਬਾਬਾ ਦਿਆਲ ਦਾਸ, ਬਾਬਾ ਕਾਹਨਾ, ਰਤਨ ਦਾਸ ਆਦਿ ਹਿੰਦੂ ਭਗਤ ਕਰ ਰਹੇ ਸੀ ਤੇ ਬਹੁਤ ਸਾਰੇ ਸੂਫੀ ਫਕੀਰ ਜਿਵੇਂ ਸ਼ਾਹ ਹੁਸੈਨ, ਸੁਲਤਾਨ ਬਾਹੂ, ਬੁੱਲੇ ਸ਼ਾਹ, ਵਜ਼ੀਰ ਸ਼ਾਹ ਸਰਵ, ਸ਼ਾਹ ਲਤੀਫ, ਮੁਕਬਲ, ਬਰਖੁਰਦਾਰ, ਹਾਫਿਜ਼ ਬਰਖੁਰਦਾਰ ਆਦਿ ਰਹੱਸਵਾਦੀ ਜਿਹੜੀ ਕਵਿਤਾ ਹੈਗੀ ਸੀ ਉਹ ਵੀ ਇਸ ਦੇ ਵਿੱਚ ਲਿਖਦੇ ਪਏ ਸੀ। ਸੋ ਇੱਥੇ ਕਵਿਤਾ ਬਾਰੇ ਦੱਸਿਆ ਕਿਹੜੇ ਕਿਸ ਤਰੀਕੇ ਦੀ ਕਵਿਤਾ ਇਸ ਸਮੇਂ ਲਿਖਦੇ ਸੀ। ਇਹਨਾਂ ਸਾਰੇ ਭਗਤ ਤੇ ਕਵੀਆਂ ਦੇ ਉਦੇਸ਼ ਸੀ ਮਨੁੱਖ ਨੂੰ ਮੋਹ ਮਾਇਆ, ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਨਾ ਦੇਣਾ ਤੇ ਪਰਮਾਤਮਾ ਦੇ ਨਾਲ ਜੋੜਨਾ। ਸ਼ਿੰਗਾਰ ਕਾਵ ਤੇ ਪ੍ਰੇਮ ਕਾਵ, ਕਥਾ ਕਾਵ 1708 ਈਸਵੀ ਤੱਕ ਦੇ ਕਿੱਸਿਆਂ ਦੇ ਰੂਪ ਵਿੱਚ ਸ਼ਿੰਗਾਰ ਤੇ ਪ੍ਰੇਮ ਕਹਾਣੀਆਂ ਵੀ ਕਾਫੀ ਮਾਤਰਾ 'ਚ ਲਿਖੀਆਂ ਜਾ ਚੁੱਕੀਆਂ ਸੀ। ਅਕਬਰ ਦੇ ਸਮਕਾਲੀ ਦਮੋਦਰ ਨੇ ਹੀ ਲਿਖ ਕੇ ਇਸ ਪ੍ਰਕਾਰ ਦੇ ਕਾਵ ਦਾ ਪੰਜਾਬੀ ਸਾਹਿਤ ਆਰੰਭ ਕਰ ਦਿੱਤਾ। ਪੀਲੂ ਨੇ ਮਿਰਜ਼ਾ ਸਾਹਿਬਾ ਦਾ ਕਿੱਸਾ ਲਿਖਿਆ। ਹਾਫਿਜ਼ ਬਰਖੁਰਦਾਰ ਨੇ ਸੱਸੀ ਪੁੰਨੂ ਜਿਹੜੀ ਹੈਗੀ ਆ ਮਿਰਜ਼ਾ ਸਾਹਿਬਾ, ਯੂਸੁਫ ਜ਼ਲੇਖਾ ਦੇ ਕਿੱਸੇ ਨਜ਼ਮਾਏ ਤੇ ਅਹਿਮਦ ਨੇ ਹੀਰ ਦਾ ਕਿੱਸਾ ਲਿਖਿਆ। ਹੁਣ ਇੱਥੇ ਕਿੱਸਿਆਂ ਦੇ ਬਾਰੇ ਇੱਥੇ ਆ ਗਿਆ ਸੀ ਕਿ ਸ਼ਿੰਗਾਰ ਕਾਵ ਮਤਲਬ ਇੱਕ ਤਰੀਕੇ ਦੇ ਨਾਲ ਸ਼ਿੰਗਾਰ ਰਸੀ ਕਵਿਤਾ ਤੇ ਨਾਲ ਉਸਦੇ ਵਿੱਚ ਪ੍ਰੇਮ ਦਾ ਮਿਕਸਚਰ, ਇਹ ਸਾਰੇ ਸਾਨੂੰ ਕਿੱਸਿਆਂ ਦੇ ਰੂਪ ਦੇ ਵਿੱਚ ਮਿਲਦੇ ਨੇ। ਹਿੰਦੂ ਕਿੱਸਾਕਾਰਾਂ ਦੀ ਸ਼ਬਦਾਵਲੀ ਉੱਤੇ ਸੰਸਕ੍ਰਿਤ ਆਦਿ ਭਾਰਤੀ ਭਾਸ਼ਾਵਾਂ ਦਾ ਤੇ ਮੁਸਲਮਾਨਾਂ ਦੇ ਉੱਤੇ ਫਾਰਸੀ, ਅਰਬੀ ਦੇ ਤੇ ਇਸ ਤੋਂ ਇਲਾਵਾ ਵਿਦੇਸ਼ੀ ਪ੍ਰਭਾਵਾਂ ਦਾ ਇੱਕ ਭਾਸ਼ਾਵਾਂ ਦਾ ਪ੍ਰਭਾਵ ਦ੍ਰਿਸ਼ਟੀਗੋਚਰ ਹੁੰਦਾ ਹੈ। ਪਰ ਇਹ ਜਿਹੜੀ ਭਾਸ਼ਾ ਸੀ ਪ੍ਰਚਲਿਤ ਲੋਕ ਭਾਸ਼ਾ ਦੇ ਨੇੜੇ ਹੈ, ਜਿਸ ਕਾਰਨ ਪੰਜਾਬੀਆਂ ਦੇ ਨਾਲ ਕਿੱਸਾ ਕਾਵ ਦਾ ਬਹੁਤ ਸਨੇਹ ਹੈ। 1800 ਤੋਂ ਲੈ ਕੇ 50 ਤੱਕ ਪੰਜਾਬੀ ਕਵਿਤਾ ਇਸ ਸਮੇਂ ਵਿੱਚ ਸਿੱਖਾਂ ਦੀ ਚੜ੍ਹਦੀ ਕਲਾ ਤੇ ਰਾਜ ਸਥਾਪਤੀ ਲਈ ਕੀਤੇ ਯੁੱਧਾਂ ਨੂੰ ਬੜੀ ਰੂਹ ਨਾਲ ਕਵਿਤਾ ਨੇ ਆਪਣੀ ਇਸ ਤਰੀਕੇ ਦੇ ਨਾਲ ਇੱਥੇ ਕਵਿਤਾ ਵਿੱਚ ਬਿਆਨਿਆ ਹੈ। ਦਿਆਲ ਸਿੰਘ, ਕਾਦਰਯਾਰ, ਨਿਹਾਲ ਸਿੰਘ ਆਦਿ ਕਵੀਆਂ ਨੇ ਸਿੱਖਾਂ ਦੀ ਬਹਾਦਰੀ, ਰਣਜੀਤ ਸਿੰਘ ਦੇ ਗੁਣ ਗਾਏ ਨੇ ਤੇ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖ ਕੇ ਇਸ ਨੂੰ ਹੋਰ ਜ਼ਿਆਦਾ ਅਮੀਰ ਕੀਤਾ ਸੀ। ਹੁਣ ਅੱਗੇ ਇੱਥੇ ਆਇਂਦਾ ਗਵਾ 1850 ਤੋਂ ਲੈ ਕੇ 1900 ਤੱਕ ਦੀ ਪੰਜਾਬੀ ਕਵਿਤਾ ਜਿਹੜੀ ਹੈਗੀ ਸੀ 1000 ਸਾਲ ਦੀ ਉਮਰ ਵਿੱਚ ਕਦੇ ਵੀ 100 ਸਾਲ ਵਿੱਚ ਪੰਜਾਬੀ ਕਵਿਤਾ ਨੇ ਇੰਨੀ ਤੇਜ਼ੀ ਦੇ ਨਾਲ ਤਰੱਕੀ ਨਹੀਂ ਕੀਤੀ। ਯਾਨੀ ਕਿ ਅਗਰ ਦੇਖਿਆ ਜਾਵੇ ਪੰਜਾਬੀ ਦੀ ਪੁਰਾਣੇ ਟਾਈਮ ਤੋਂ ਲੈ ਕੇ ਹੁਣ ਤੱਕ ਦਾ ਜਿਵੇਂ 1000 ਸਾਲ ਦੇ ਅਗਰ ਦੌਰ ਦੇਖਿਆ ਜਾਵੇ ਉਸ ਦੇ ਵਿੱਚ ਇੰਨੀ ਜ਼ਿਆਦਾ ਪੰਜਾਬੀ ਕਵਿਤਾ ਨੇ ਤਰੱਕੀ ਨਹੀਂ ਕੀਤੀ ਸੀ ਜਿੰਨੀ ਕਿ ਉਹਨਾਂ ਨੇ 100 ਸਾਲ ਦੇ ਵਿੱਚ ਹੀ ਕਰ ਲਈ ਸੀ। ਇਹ 100 ਸਾਲ ਦਾ ਸਮਾਂ ਹੋਣੀਆਂ ਭਰਾ ਸਮਾਂ ਸੀ ਤੇ ਇਸੇ 100 ਸਾਲ 'ਚ ਪੰਜਾਬ ਗੁਲਾਮ ਹੋਇਆ ਸੀ। ਇਸੇ ਸਮੇਂ ਅਸੀਂ ਆਜ਼ਾਦੀ ਤੇ ਸਮਾਜ ਸੁਧਾਰਕ ਅੰਦੋਲਨ ਚੱਲੇ ਸੀ ਤੇ ਇੱਥੇ ਹੀ ਜਿਹੜਾ ਹੈਗਾ ਸੀ ਦੇਸ਼ ਜਿਹੜਾ ਹੈਗਾ ਸੀ ਉਹ ਆਜ਼ਾਦ ਹੋਇਆ ਸੀ। ਇਸੇ ਸਾਲ 100 ਸਾਲਾਂ ਦੇ ਵਿੱਚ ਹੀ ਪੰਜਾਬੀ ਸਾਹਿਤ ਦੁਨੀਆ ਦੀ ਸਭ ਤੋਂ ਅਮੀਰ ਜ਼ਬਾਨ ਤੇ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਹੇਠ ਆਇਆ ਤੇ ਇਸ ਦਾ ਪ੍ਰਭਾਵ ਹੋਰਨਾਂ ਭਾਸ਼ਾਵਾਂ ਨਾਲੋਂ ਜ਼ਿਆਦਾ ਸੀ। ਤੇ ਇੱਕ ਅੰਗਰੇਜ਼ੀ ਸਾਹਿਤ ਦਾ ਪ੍ਰਭਾਵ ਤੇ ਦੂਜੇ ਦੇਸ਼ ਦੀਆਂ ਜਿਹੜੀਆਂ ਸਮਾਜੀ ਇਸ ਤੋਂ ਇਲਾਵਾ ਰਾਜਸੀ ਤੇ ਆਰਥਿਕ ਲਹਿਰਾਂ ਨੇ ਪੰਜਾਬੀ ਸਾਹਿਤ ਦੀ ਜਿਹੜੀ ਹੈਗੀ ਸੀ ਸਮਰੱਥਾ ਤੇ ਸੰਭਾਵਨਾਵਾਂ ਨੂੰ ਹੋਰ ਵਧਾਇਆ ਸੀ ਕਿ ਪੰਜਾਬੀ ਜ਼ਬਾਨ ਜਿਹੜੀ ਹੈਗੀ ਸੀ ਉਹ ਜ਼ਿਆਦਾ ਵੱਧਦੀ ਗਈ। ਕਵਿਤਾ ਦੇ ਖੇਤਰ ਦੇ ਵਿੱਚ
ਨਿੱਜੀ ਅਨੁਭਵ, ਨਿੱਜੀ ਭਾਵਾਂ ਦੀ ਅੰਤਰਮੁਖੀ ਕਵਿਤਾ ਲਿਖਣ ਦਾ ਵੀ ਰਿਵਾਜ ਵਧਿਆ। ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਰੋਮਾਂਟਿਕ ਕਵਿਤਾ, ਮੋਹਨ ਸਿੰਘ ਦੀ ਇਸਤਰੀ ਦੇ ਹੁਸਨ ਇਸ਼ਕ ਸੰਬੰਧੀ ਕਵਿਤਾ, ਅੰਮ੍ਰਿਤਾ ਇਸਤਰੀ ਦਾ ਅਨੁਭਵ, ਸਫੀਰ ਦੀ ਇਸ਼ਕ ਦੀ ਰੋਸ਼ਨੀ ਵਿੱਚ ਬ੍ਰਹਮੰਡ ਦੇ ਭੇਤਾਂ ਨੂੰ ਸਮਝਣ ਦਾ ਯਤਨ, ਬਾਵਾ ਬਲਵੰਤ ਦਾ ਕ੍ਰਾਂਤੀਕਾਰੀ ਬੋਲ, ਭਾਈ ਵੀਰ ਸਿੰਘ ਨੇ ਮੇਰੇ ਸਾਈਆਂ ਜੀਓ ਵਿਚਲਾ ਰਹੱਸਵਾਦੀ ਅਨੁਭਵ ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਬਿਲਕੁਲ ਹੀ ਇੱਕ ਨਿਵੇਕਲੀਆਂ ਚੀਜ਼ਾਂ ਦੇ ਰੂਪ ਦੇ ਵਿੱਚ ਸਨ। ਇਹ ਕਿਉਂ ਵਧੀਆਂ? ਕਿਉਂਕਿ ਕਵਿਤਾ ਹੈਗੀ ਸੀ। ਹੌਲੀ ਹੌਲੀ ਕਵਿਤਾ ਜਿਹੜੀ ਆਪਣੇ ਨਵੇਂ ਰੂਪ ਦੇ ਵਿੱਚ ਇਹ ਚੀਜ਼ਾਂ ਵਰਤੀਆਂ ਗਈਆਂ। ਸਨ 1850 ਵਿੱਚ ਪੰਜਾਬ ਦੇ ਸਾਮਰਾਜੀ ਘੇਰੇ ਵਿੱਚ ਆ ਜਾਣ ਨਾਲ ਹੀ ਕਿੱਸਾ ਕਵਿਤਾ ਦਾ ਜਿਹੜਾ ਹੈਗਾ ਸੀ ਜੰਗ ਖਤਮ ਹੋ ਗਿਆ ਤੇ ਕਿਹਾ ਜਾ ਸਕਦਾ ਹੈ। ਨਵਾਂ ਕਾਲ ਸ਼ੁਰੂ ਹੋਇਆ, ਫਿਰ ਪੁਰਾਣਾ ਜਿਹੜਾ ਹੈਗਾ ਸੀ ਇੱਕਦਮ ਮਿਟ ਨਹੀਂ ਜਾਂਦੇ। ਜਿਵੇਂ ਹੁਣ ਅਗਰ ਕਈਆਂ ਨੂੰ ਪਤਾ ਹੈਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ, ਉਸ ਤੋਂ ਬਾਅਦ ਦੇ ਵੀ ਕਿੱਸੇ ਮਿਲਦੇ ਹੈਗੇ ਨੇ, ਉਹ ਕਈਆਂ ਨੇ ਪੜ੍ਹੇ ਹੋਣਗੇ, ਕਈਆਂ ਨਹੀਂ, ਉਹ ਵੀ ਮੈਂ ਕਰਵਾਵਾਂਗੀ। ਸੋ ਕਹਿੰਦੇ ਇਸ ਦੇ ਨਾਲ ਇਹ ਨਹੀਂ ਹੈਗਾ ਸੀ ਕਿ ਜਦੋਂ ਨਵਾਂ ਟਾਈਮ ਸ਼ੁਰੂ ਹੋ ਗਿਆ ਸੀ ਤੇ ਕਿੱਸਾ ਕਾਲ ਇੱਕਦਮ ਖਤਮ ਹੋ ਗਿਆ ਸੀ। ਪੁਰਾਣੇ ਕਹਿੰਦੇ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਉਹ ਇੱਕਦਮ ਖਤਮ ਨਹੀਂ ਹੁੰਦੀਆਂ। ਇਹ ਪਰਿਵਰਤਨ 19ਵੀਂ ਸਦੀ ਦੇ ਅੰਤਲੇ ਭਾਗ 'ਚ ਹੌਲੇ ਹੌਲੇ ਆਇਆ ਸੀ। ਇਸ ਵਿੱਚ ਫਜ਼ਲ ਸ਼ਾਹ ਸੰਯਮ, ਮੀਰਾ ਸ਼ਾਹ, ਹਦਾਇਤ ਉੱਲਾ, ਬੂਟਾ ਗੁਜਰਾਤੀ, ਕਿਸ਼ਨ ਸਿੰਘ ਆਰਿਫ, ਭਗਵਾਨ ਸਿੰਘ ਸੰਤਰੇਨ, ਮੌਲਾ ਬਖਸ਼ ਕੁਸ਼ਤਾ, ਇਹਨਾਂ ਸਾਰਿਆਂ ਦੇ ਜਿਹੜੇ ਕਿ ਕਵਿਤਾ ਦੇ ਖੇਤਰ 'ਚ ਕਾਫੀ ਰਮਾਣਾ ਖੱਟਿਆ ਸੀ। ਇਹਨਾਂ ਦੇ ਦੁਆਰਾ ਸਾਨੂੰ ਕਾਫੀ ਰਚਨਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਨੇ, ਉਹ ਵੀ ਮੈਂ ਤੁਹਾਨੂੰ ਕਰਵਾਵਾਂਗੀ, ਹਜੇ ਨਹੀਂ। ਫਜ਼ਲ ਸ਼ਾਹ ਤੇ ਸੋਹਣੀ ਨੇ ਲਿਖ ਕੇ ਉਹਨਾਂ ਨੇ ਪੁਰਾਣੇ ਕਿੱਸਿਆਂ ਨੂੰ ਮਾਤ ਪਾ ਦਿੱਤਾ ਸੀ। 20ਵੀਂ ਸਦੀ ਦੇ ਵਿੱਚ ਦੇਖਿਆ ਜਾਵੇ, ਅਗਰ ਅੱਜ ਦੇ ਦੌਰ ਦੇ ਵਿੱਚ ਭਾਈ ਵੀਰ ਸਿੰਘ, ਮੋਹਨ ਸਿੰਘ ਰਵਾਨਾ, ਪੂਰਨ ਸਿੰਘ, ਧਨੀਰਾਮ ਚਾਤ੍ਰਿਕ, ਕਿਰਪਾ ਸਾਗਰ, ਸਫੀਰ, ਅੰਮ੍ਰਿਤਾ ਪ੍ਰੀਤਮ, ਡਾਕਟਰ ਮੋਹਨ ਸਿੰਘ ਰਵਾਨਾ, ਬਾਵਾ ਬਲਵੰਤ ਤੋਂ ਬਿਨਾਂ ਜੋ ਇਸ ਸਦੀ ਦੇ ਇੱਕ ਦਰਜਨ ਮੁਖੀ ਕਵੀਆਂ ਦੇ ਨਾਂ ਲਏ ਹੋਣ ਤਾਂ ਇਹਨਾਂ 'ਚ ਦੀਵਾਨ ਸਿੰਘ ਕਾਲੇ ਪਾਣੀ, ਇਸ ਤੋਂ ਇਲਾਵਾ ਅਵਤਾਰ ਸਿੰਘ ਆਜ਼ਾਦ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਪ੍ਰਭਜੋਤ ਕੌਰ ਤੇ ਪਿਆਰਾ ਸਿੰਘ ਜਿਹੜੇ ਹੈਗੇ ਸੀ ਸਹਿਰਾਏ ਅਗਲੀ ਸਫ਼ ਦੇ ਵਿੱਚ ਆਉਣ ਵਾਲੇ ਦੋ ਕਵੀ ਹੈਗੇ ਸੀ। ਇਹਨਾਂ ਤੋਂ ਪਿੱਛੋਂ ਆਉਣ ਵਾਲੇ ਨਵੇਂ ਪੋਚ ਵਿੱਚ ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ ਗੁਰਚਰਨ ਰਾਮਪੁਰੀ, ਸੁਰਜੀਤ ਰਾਮਪੁਰੀ, ਹਰਨਾਮ ਸਿੰਘ ਨਾਲ ਆਦਿ ਜਿਹੜੇ ਹੈਗੇ ਸੀ ਸ਼ਾਮਿਲ ਕੀਤੇ ਜਾ ਸਕਦੇ ਨੇ। ਹੁਣ ਇੱਥੇ ਨਿਊ ਰਾਈਟਰ ਹੈਗੇ ਸੀ, ਉਹਨਾਂ ਨੇ ਕਵਿਤਾਵਾਂ ਲਿਖੀਆਂ ਸੀ, ਉਹਨਾਂ ਦੇ ਬਾਰੇ ਦੱਸਿਆ ਹੈਗਾ ਵਾ। ਇਸ ਤੋਂ ਇਲਾਵਾ ਈਸ਼ਵਰ ਚਿੱਤਰਕਾਰ ਵੀ ਆਉਂਦੇ ਨੇ। ਉਹਨਾਂ ਨੇ ਪੰਜਾਬੀ 'ਚ ਮੌਲਾ ਬਖਸ਼ ਕੁਸ਼ਤਾ ਤੋਂ ਪਿੱਛੋਂ ਸ਼ਾਇਦ ਸਭ ਤੋਂ ਵੱਧ ਗਜ਼ਲਾਂ ਉਹਨਾਂ ਨੇ ਲਿਖੀਆਂ ਸੀ। ਇਸ ਤੋਂ ਬਿਨਾਂ ਹਰਦਿਆਲ ਸਿੰਘ ਸੀਕਰੀ, ਸੰਤ ਸਿੰਘ ਸੇਖੋਂ, ਚੰਨਨ ਸਿੰਘ ਜੇਠੂਵਾਲੀਆ, ਕਰਤਾਰ ਸਿੰਘ ਦੁੱਗਲ, ਗੋਪਾਲ ਸਿੰਘ ਦਰਦੀ, ਨਰਿੰਦਰਪਾਲ ਸਿੰਘ ਨੇ ਵੀ ਕਵਿਤਾ ਲਿਖੀ, ਗਿਆਨੀ ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ ਨੇ ਕਵਿਤਾ ਲਿਖੀ। ਅਕਾਲੀ ਲਹਿਰ ਤੋਂ ਪਹਿਲਾਂ ਸ਼ੁਰੂ ਜਿਹੜੀ ਕੀਤੀ ਹੋਈ ਸੀ, ਯਾਨੀ ਕਿ ਇਹਨਾਂ ਨੇ ਅਗਰ ਜਿਹੜੀ ਕਵਿਤਾ ਹੈਗੀ ਸੀ ਉਹ ਕਵਿਤਾ ਜਿਹੜੀ ਹੈਗੀ ਸੀ ਉਹ ਅਕਾਲੀ ਲਹਿਰ ਤੋਂ ਹੀ ਪਹਿਲਾਂ ਸ਼ੁਰੂ ਕੀਤੀ ਸੀ। ਇਸੇ ਦੌਰਾਨ ਕਲਕੱਤੇ 'ਚ ਚਲਦੀ ਕਵੀ ਕੁੱਟੀਆਂ ਨੇ ਕਵਿਤਾ ਦੇ ਵਿਕਾਸ ਵਿੱਚ ਵੀ ਇੱਕ ਵਿਸ਼ੇਸ਼ ਹਿੱਸਾ ਜਿਹੜਾ ਪਾਇਆ ਸੀ। ਇਹ ਲੋਕ ਸੁਤੰਤਰਤਾ ਸੰਗਰਾਮ 'ਚ ਯੋਗਦਾਨ ਇਹ ਪਾਉਂਦੇ ਰਹੇ ਤੇ ਕਵਿਤਾ ਨੂੰ ਵੀ ਇਹ ਅੱਗੇ ਜਿਹੜੀ ਹੈਗੀ ਸੀ ਤੋਰਦੇ ਰਹੇ। ਮਤਲਬ ਉਸ ਸਮੇਂ ਜਿਹੜੀਆਂ ਇਹਨਾਂ ਨੇ ਕਵਿਤਾ ਲਿਖੀਆਂ ਸੀ ਇਹ ਇੱਕ ਤਾਂ ਸੰਗਰਾਮ 'ਚ ਹੀ ਹਿੱਸਾ ਪਾਈਆਂ ਉਹਨਾਂ ਨੇ, ਤੇ ਦੂਜਾ ਜਿਹੜਾ ਹੈਗਾ ਸੀ ਆਪਣੇ ਵਾਸਤੇ ਵੀ ਲਿਖਦੇ ਪਏ। ਇਸ ਤੋਂ ਇਲਾਵਾ ਮੁਨਸ਼ਾ ਸਿੰਘ ਦੁਖੀ, ਸੁਦਾਗਰ ਸਿੰਘ ਭੁਖਾਰੀ ਤੇ ਗੁਰਦਿੱਤਾ ਖੰਨਾ ਦੇ ਨਾਮ ਵੀ ਵਿਸ਼ੇਸ਼ ਵਰਣਨਯੋਗ ਨੇ। ਦਰਬਾਰੀ ਕਵੀਆਂ ਦੇ ਵਿੱਚ ਦੇਖਿਆ ਜਾਵੇ ਤਾਂ ਇਹਨਾਂ ਵਿੱਚ ਕੁਸ਼ਤਾ, ਫਿਰੋਜ਼ੁਦੀਨ ਸ਼ਰਫ, ਹਮਦਮ, ਚਾਤ੍ਰਿਕ, ਦਰਦ, ਮੁਸਾਫਰ ਆਦਿ ਨਾਮ ਸ਼ਾਮਿਲ ਕੀਤੇ ਗਏ ਨੇ। ਅਗਲੇ ਪੋਜ ਦੇ ਵਿੱਚ ਦਰਸ਼ਨ ਸਿੰਘ ਅਵਾਰਾ, ਵਿਧਾਤਾ ਸਿੰਘ ਧੀਰ, ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਿਲੱਕਣ, ਗੁਰਦਿੱਤ ਸਿੰਘ ਕੁੰਦਨ, ਤੇਜਾ ਸਿੰਘ ਸਾਬਰ, ਡਾਕਟਰ ਫਕੀਰ ਤੇ ਮੁਹੰਮਦ ਫਕੀਰ ਲਾਹੌਰ ਵਾਲੇ, ਦਾਮਨ ਲਾਹੌਰ, ਹਜ਼ਾਰਾ ਸਿੰਘ ਗੁਰਦਾਸਪੁਰੀ, ਬਿਸ਼ਨ ਸਿੰਘ ਉਪਾਸ਼ਕ, ਗੁਰਦੇਵ ਸਿੰਘ ਮਾਨ, ਇੰਦਰਜੀਤ ਸਿੰਘ ਤੁਲਸੀ, ਸਾਧੂ ਸਿੰਘ ਹਮਦਰਦ, ਈਸ਼ਰ ਸਿੰਘ ਈਸ਼ਰ, ਹਰਸਾ ਸਿੰਘ ਚਾਤਰ, ਗੁਰਨਾਮ ਸਿੰਘ ਧੀਰ ਸ਼ਾਮਿਲ ਕੀਤੇ ਜਾ ਸਕਦੇ। ਈਸ਼ਰ ਸਿੰਘ ਤੇ ਗੁਰਨਾਮ ਸਿੰਘ ਧੀਰ ਨੇ ਹਾਸਰਸੀ ਕਵਿਤਾ ਨੂੰ ਜਿਉਂਦੇ ਰੱਖਣ ਦਾ ਯਤਨ ਕੀਤਾ ਤੇ ਇਸ ਤੋਂ ਇਲਾਵਾ ਖਾਤਰ ਤੇ ਗੁਰਦਾਸਪੁਰੀ ਨੇ ਚੰਗੀਆਂ ਵਾਰਾਂ ਜਿਹੜੀਆਂ ਹੈਗੀਆਂ ਸੀ ਇੱਥੇ ਲਿਖਿਆ ਸੀ। ਪੰਡਿਤ ਕਿਸ਼ੋਰ ਚੰਦ ਚਾਤਰੀ, ਕਰਤਾਰ ਸਿੰਘ ਕਲਾਸਵਾਲੀਆ, ਵਿਧਾਤਾ ਸਿੰਘ ਧੀਰ, ਸੋਹਣ ਸਿੰਘ ਕੁੱਕੇਵਾਲੀਆ, ਇਸ ਤੋਂ ਇਲਾਵਾ ਤੇ ਹੋਰ ਬਹੁਤ ਸਾਰੇ ਕਵਿਸ਼ਾਂ ਨੇ ਕਿੱਸੇ ਤੇ ਕਿੱਸਾਨੁਮਾ ਕਥਾ ਲਿਖ ਕੇ ਇਸ ਮਹਾਂਰਹੀ ਕਾਵਿ ਰੂਪ ਨੂੰ ਜਿਉਂਦਾ ਰੱਖਣ ਦਾ ਯਤਨ ਜਿਹੜਾ ਕੀਤਾ ਸੀ। ਪੰਜਾਬੀ ਕਵਿਤਾ 'ਚ ਸੁਤੰਤਰਤਾ ਤੋਂ ਬਾਅਦ ਕੁਝ ਨਵੇਂ ਝੁਕਾਅ ਆਏ। ਨਵੀਂ ਪੀੜ੍ਹੀ 'ਚੋਂ ਪ੍ਰੀਤਮ ਸਿੰਘ ਸਫੀਰ ਆਪਣੀ 4 ਸੰਗ੍ਰਹਿ ਕੱਤਕ ਪੁੰਜਾ, ਬਾਪ ਦਾ ਸੋਹਿਲਾ, ਰਾਗ ਰਿਸ਼ਮਾ ਤੇ ਰਕਤ ਬੂੰਦਾਂ ਉਹਨਾਂ ਨੇ ਪ੍ਰਕਾਸ਼ਿਤ ਕਰ ਚੁੱਕੇ ਸੀ। ਰਕਤ ਬੂੰਦਾਂ ਤੋਂ ਪ੍ਰੇਰਿਤ ਹੋਇਆ ਉਹ ਆਪਣੀ ਕਾਵਿ ਪ੍ਰਾਪਤੀ ਦੀ ਸਿਖਰ ਛੋਹ ਚੁੱਕਾ ਸੀ। ਸੁਤੰਤਰਤਾ ਤੋਂ 11 ਸਾਲ ਪਿੱਛੋਂ 1958 'ਚ ਆ ਕੇ ਉਸਨੇ ਅਗਲੇ 2 ਕਾਵਿ ਸੰਗ੍ਰਹਿ ਆ ਜੁਗਾਤ ਤੇ ਸਰਬ ਕਲਾ ਪੰਜਾਬੀ ਕਵਿਤਾ ਨੂੰ ਦਿੱਤੇ ਹਨ। ਇਸ ਪੋਚ ਵਿੱਚੋਂ ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਪ੍ਰਾਪਤੀ ਦੇ ਘਰ ਜਿਹੜੇ ਗਏ ਸੀ ਉਹ ਪਹੁੰਚ ਚੁੱਕੇ ਸੀ। ਬਾਵਾ ਬਲਵੰਤ ਸੁਤੰਤਰਤਾ ਤੋਂ ਪਹਿਲਾਂ ਆਪਣੇ 2 ਸੰਗ੍ਰਹਿ ਮਹਾਨਾਜ ਤੇ ਅਮਰ ਗੀਤ ਦੇ ਚੁੱਕੇ ਸੀ ਤੇ ਇਹਨਾਂ ਵਿੱਚ ਉਹਨਾਂ ਦੀ ਕਵਿਤਾ ਆਪਣੀ ਸੇਧ ਪਕੜ ਚੁੱਕੀ ਸੀ। ਇੱਥੇ ਈੜੀ ਵੈਰੀ ਜਿੱਥੇ ਹੈਗੀ ਨਾ ਉੱਥੇ ਨਾਣੇ ਵੈਰੀ, ਇੱਥੇ ਉਹਨਾਂ ਨੇ ਨਾ ਫੜਿਆ ਨਹੀਂ ਹੈਗਾ ਉਸ ਚੀਜ਼ ਨੂੰ।
ਸੁਤੰਤਰਤਾ ਤੋਂ ਪਿੱਛੋਂ ਜਿਹੜੇ ਜਵਾਲਾਮੁਖੀ, ਬੰਦਰਗਾਹ, ਸੁਗੰਧ ਸਮੇਤ ਸੰਗ੍ਰਹਿ ਆਦਿ ਉਹਨਾਂ ਨੇ ਪੰਜਾਬੀ ਕਵਿਤਾ ਨੂੰ ਦਿੱਤੇ ਤੇ ਜਿਨ੍ਹਾਂ ਦਾ ਪ੍ਰਾਪਤੀ ਪੱਧਰ ਪਹਿਲਾ ਯਤਨਾਂ ਹੀ ਪ੍ਰਤੀਤ ਹੁੰਦਾ ਹੈ। ਇਸ ਸਮੇਂ ਦੇ ਨੌਜਵਾਨ ਕਵੀ ਪ੍ਰਭਜੋਤ ਤੇ ਸੰਤੋਖ ਸਿੰਘ ਦੀ ਕਵਿਤਾ ਦੇ ਖੇਤਰ 'ਚ ਪ੍ਰਵੇਸ਼ ਕਰ ਚੁੱਕੇ ਸੀ। ਨਵੀਂ ਪੀੜ੍ਹੀ ਦੇ ਜਿਨ੍ਹਾਂ ਕਵੀਆਂ ਨੇ ਇਸ ਖੇਤਰ 'ਚ ਕੋਈ ਪ੍ਰਾਪਤੀ ਕੀਤੀ ਉਹਨਾਂ 'ਚ ਦੀਵਾਨ ਸਿੰਘ, ਇਸ ਤੋਂ ਇਲਾਵਾ ਹਰਭਜਨ ਸਿੰਘ, ਤਖਤ ਸਿੰਘ, ਜਸਵੰਤ ਸਿੰਘ ਨੇਕੀ ਤੇ ਤਾਰਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੇ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ। ਇਹਨਾਂ ਦੇ ਨਾਲ ਹੀ ਜਸਵੰਤ ਰਾਏ, ਸੁਰਜੀਤ ਰਾਮਪੁਰੀ, ਗੁਰਚਰਨ ਰਾਮਪੁਰੀ ਹੈਗੇ ਨੇ, ਅਮਰ ਚਿੱਤਰਕਾਰ ਆਦਿ ਕਵੀ ਵੀ ਸ਼ੇਸ਼ ਰਚਨਾਵਾਂ ਦੇ ਰਹੇ ਸੀ। ਸ਼ਿਵ ਕੁਮਾਰ ਬਟਾਲਵੀ, ਜਗਤਾਰ ਮੀਸ਼ਾ ਤੇ ਤਾਰਾ ਸਿੰਘ ਵੱਖਰੀ ਭਾਂਤ ਦੇ ਕਵੀ ਸੀ। ਉਨ ਹਜੂਮਜੇ ਵਿੱਚ ਨਹੀਂ ਚੱਲਦੇ ਸੀ, ਮਤਲਬ ਉਹਨਾਂ ਨੇ ਵੱਖਰੀ ਸੋਚ ਇੱਥੇ ਅਪਣਾਈ ਸੀ। ਉਹਨਾਂ ਨੇ ਨਾਰਿਆਂ ਦਾ ਸਾਥ ਨਹੀਂ ਦਿੱਤਾ, ਪਰ ਤਾਂ ਵੀ ਉਹ ਕਵਿਤਾ 'ਚ ਸਮਾਜਿਕ ਤੇ ਨਿੱਜੀ ਭਾਵਨਾ ਦਾ ਸੁਮਿਸ਼ਰਨ ਉਹਨਾਂ ਦਾ ਮਿਲਦਾ ਹੈ। ਇਸ ਤੋਂ ਇਲਾਵਾ ਗੁਲਵੰਤ, ਕਰਮਜੀਤ, ਰਣਜੀਤ ਚੰਦ, ਵਰਿਆਮ ਅਸਰ, ਸੁਰਿੰਦਰ ਗਿੱਲ, ਗੁਰਦਾਸਪੁਰੀ, ਗੁਰਚਰਨ, ਖੁਰਸ਼ੀਦ ਇਮਰੋਜ਼, ਸੁਰਜੀਤ ਪਾਤਰ, ਦੇਵ ਆਦਿ ਵੀ ਇਸੇ ਜਿਹੜੇ ਹੈਗੇ ਸੀ ਕਾਲ 'ਚ ਪ੍ਰਫੁੱਲਿਤ ਹੋਏ ਤੇ ਯਥਾ ਸ਼ਕਤੀ ਵਿਕਾਸ ਕਰਨ ਦੇ ਯਤਨ ਵਿੱਚ ਇਹ ਹੈਗੇ ਸੀ। ਕੁਝ ਅਜਿਹੇ ਕਵੀ ਨੇ ਜੋ ਪੁਰਾਣੇ ਰੂਪ ਦੀ ਕਵਿਤਾ, ਆਧੁਨਿਕ ਚਿੰਤਨ ਤੇ ਸਮਾਜਿਕ ਚੇਤਨਾ ਦੀ ਕਵਿਤਾ ਰਚ ਰਹੇ ਸੀ। ਮਤਲਬ ਜੋ ਪੁਰਾਣੇ ਸਟਾਈਲ ਦੇ ਰੂਪ ਦੇ ਵਿੱਚ ਹੀ ਨਵੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਉਹ ਸਿਰਜ ਰਹੇ ਸੀ। ਇਹਨਾਂ ਵਿੱਚ ਅਮਰ ਚਿੱਤਰਕਾਰ ਗੁਰਦੇਵ ਨਿਰਧਨ, ਅਜਾਇਬ ਹੁੰਦਲ ਤੇ ਦਵਿੰਦਰ ਜੋਸ਼, ਕੰਵਰ ਚਾਹਨ, ਸਾਧੂ ਸਿੰਘ, ਹਮਦਰਦ ਆਦਿ ਦਾ ਨਾਮ ਵਰਣਨਯੋਗ ਹੈ। ਨਵੇਂ ਕਵੀਆਂ ਨੇ ਆਪਣੇ ਵਿਦਰੋਹ ਨੂੰ ਕ੍ਰਾਂਤੀਕਾਰੀ ਰਚਨਾ ਦੇ ਨਾਂ ਹੇਠ ਪ੍ਰਕਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੀਆਂ ਰਚਨਾਵਾਂ ਤੋਂ ਇੰਜ ਪ੍ਰਤੀਤ ਹੁੰਦਾ ਹੈ ਕਿ ਉਹ ਇਸ ਭ੍ਰਿਸ਼ਟ ਸਮਾਜ ਲਈ ਹਰ ਕੁਰਬਾਨੀ ਕਰਨਗੇ, ਜਿਨ੍ਹਾਂ ਦੇ ਵਿੱਚ ਅਪਾਸ਼, ਦਰਸ਼ਨ ਖਟਕੜ, ਲਾਲ ਸਿੰਘ ਦੀ, ਪਰਮਿੰਦਰਜੀਤ ਫਤਿਹ, ਜੀਤ ਵਰਿਆਮ, ਸੰਧੂ, ਹਰਭਜਨ ਹਲਵਾਰਵੀ, ਸੰਤਾ ਉਦਮੀ, ਇਸ ਤੋਂ ਇਲਾਵਾ ਅਜਮੇਰ ਸਿੰਘ ਤੇ ਕੁਲਵੰਤ ਜਗਰਾਵਾਂ ਆਦਿ ਦੇ ਨਾਮ ਵਰਣਨਯੋਗ ਨੇ। ਇਹਨਾਂ ਨੇ ਗੰਭੀਰ ਕਿਸਮ ਦੇ ਪ੍ਰਗਤੀਵਾਦੀ ਕਵੀ ਅਜੇ ਵੀ ਆਪਣੀ ਸੁਰ ਇਹਨਾਂ ਦੇ ਵਿੱਚੋਂ ਉੱਚੀ ਕਰ ਰਹੇ ਹਨ। ਨਵੇਂ ਕਵੀਆਂ ਦੇ ਵਿੱਚੋਂ ਹੋਰ ਅੱਗੇ ਦੇਖੇ ਜਾਏ ਧੀਰ, ਅਮਰੀਕ ਸਿੰਘ ਪੁਨੀ, ਖੁਰਸ਼ੀਦ, ਅਜਾਇਬ ਹੁੰਦਾ, ਗੁਲ ਚੌਹਾਨ, ਵਰਿਆਮ ਅਸਰ, ਹਰਭਜਨ ਹੋਮ, ਮਿੰਦਰ, ਕਰਨਜੀਤ, ਰਣਧੀਰ, ਜੋਗਾ ਸਿੰਘ, ਆਤਮ ਹਮਰਾਹੀ, ਕਸ਼ਮੀ ਕਾਦਲ, ਸ਼ੇਰ ਸਿੰਘ, ਹਮਦਰਦ ਵੀਰ ਤੇ ਰਵਿੰਦਰ ਭੱਠਲ ਆਪਣੇ ਸਮਾਜਿਕ ਫਰਜ਼ ਪ੍ਰਤੀ ਕੀ ਗਏ ਨੇ ਇੱਥੇ ਸੁਚੇਤ ਹੈਗੇ ਨੇ। ਐਂਡ ਬਸ ਇੰਨਾ ਹੀ ਹੈਗਾ ਵਾ ਟੌਪਿਕ। ਆਈ ਨੋ ਜ਼ਿਆਦਾ ਹੋ ਗਿਆ ਕੁਛ, ਪਰ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਇੰਨਾ ਵੱਡਾ PDF ਹੈਗਾ, ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੀ, ਇਸ ਕਰਕੇ ਮੈਨੂੰ ਨਹੀਂ ਪਤਾ, ਨਹੀਂ ਤਾਂ ਹਾਫ ਮੈਂ ਕਰਵਾ ਦੇਣਾ ਸੀ, ਹਾਫ ਵਿੱਚੋਂ ਕਟਵਾ ਦੇਣਾ ਸੀ। ਚਲੋ ਤਾਂ ਵੀ ਜਿੰਨਾ ਵੀ ਹੈਗਾ ਵਾ, ਕਈਆਂ ਦੇ ਤੁਸੀਂ ਇਹਦੇ ਵਿੱਚ ਸਟਾਰਟਿੰਗ ਤੋਂ ਤੁਸੀਂ ਜਿੰਨਾ ਵੀ ਪੜ੍ਹਿਆ ਇਹਦੇ ਵਿੱਚ ਜ਼ਿਆਦਾਤਰ ਕਵਿਤਾ ਦੇ ਬਾਰੇ ਹੀ ਉਹਨਾਂ ਨੇ ਦੱਸਿਆ ਸੀ, ਆਰੰਭ ਤੋਂ ਲੈ ਕੇ ਲਾਸਟ ਤੱਕ ਕਿ ਹੁਣ ਤੱਕ ਕਵਿਤਾ ਜਿਹੜੀ ਹੈਗੀ ਆਪਣੇ ਕਿਸ ਦੌਰ ਦੇ ਵਿੱਚ ਪਹੁੰਚੀ ਹੋਈ ਹੈ ਤੇ ਕਿਹੜੇ ਕਿਹੜੇ ਜਿਹੜੇ ਰਾਈਟਰਸ ਹੈਗੇ ਸੀ ਉਹਨਾਂ ਨੇ ਆਪਣਾ ਇਸ ਦੇ ਵਿੱਚ ਕੀ ਸੀ ਸਾਥ ਦਿੱਤਾ ਸੀ। ਠੀਕ ਹੈ, ਬਾਕੀ ਜਿਹੜਾ ਹੈਗਾ ਵਾ ਅਸੀਂ ਗੱਲ ਕਰਾਂਗੇ ਅੱਜ ਦਾ ਇੰਨਾ ਠੀਕ ਟੌਪਿਕ।